हेलो दोस्तों, सत श्री अकाल, आदाब, नमस्कार। स्वागत है जी ਤੁਹਾਡਾ ਸਾਡੇ ऑफिशियल यूट्यूब चैनल जिस ਦਾ ਨਾਮ ਹੈ ਡ੍ਰੀਮ ਲਾਈਟ ਲਰਨਰਸ ਤੇ ਅਸੀਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਠੀਕ ਹੈ ਜੀ ਆਇਆਂ ਨੂੰ ਇਸ ਚੈਨਲ ਤੇ। ਠੀਕ ਹੈ, ਇਸ ਚੈਨਲ ਦੇ ਵਾਸਤੇ ਅਸੀਂ ਤੁਹਾਨੂੰ ਹਮੇਸ਼ਾ 3 ਵਰਡ ਕਵਾਂਗੇ, SLS। ਠੀਕ ਹੈ, ਇਹ SLS ਤੁਸੀਂ ਹਮੇਸ਼ਾ ਯਾਦ ਰੱਖਣਾ ਹੈ। ਇਹ ਸਰ SLS ਕੀ ਹੁੰਦਾ? ਐਸ ਤੇ ਹੁੰਦਾ ਜੀ ਆਪਣੇ ਕੋਲੇ ਸਬਸਕ੍ਰਾइब करना है। ठीक है, इस चैनल ਨੂੰ ਤੁਸੀਂ ਲਾਈਕ ਕਰਨਾ ਐਂਡ ਵੱਧ ਤੋਂ ਵੱਧ ਜਿਹੜਾ ਹੈਗਾ ਸ਼ੇਅਰ ਕਰਨਾ। ਸਭ ਤੋਂ ਪਹਿਲਾਂ ਸਬਸਕ੍ਰਾइब ਕਰੋਗੇ, ਸਾਡਾ ਕੰਟੈਂਟ ਵੇਖੋਗੇ, ਸਾਡੀ ਵੀਡੀਓ ਵੇਖੋਗੇ, ਸਾਡੀ ਜੋ ਮਿਹਨਤਾਂ ਵੇਖੋਗੇ, ਉਸ ਤੋਂ ਬਾਅਦ ਤੁਸੀਂ ਲਾਈਕ ਕਰੋਗੇ। ਜੇਕਰ ਅੱਛੀ ਲੱਗ ਰਹੀ ਹੈ ਤਾਂ ਆਪਦੇ ਦੋਸਤਾਂ ਨੂੰ, ਆਪਦੇ ਮਿੱਤਰਾਂ ਨੂੰ ਠੀਕ ਹੈ ਸ਼ੇਅਰ ਕਰੋਗੇ ਤਾਂ ਜੋ ਇਹ ਵੀਡੀਓ ਹੈ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚ ਸਕੇ, ਉਹਨਾਂ ਨੂੰ ਇਹ ਹੈਲਪਫੁਲ ਹੋ ਸਕੇ। ठीक है, सब्सक्राइब करके सच जो अपनी नोटिफिकेशन बैल है इसनों भी दबा लेना ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ, ਦੂਸਰੇ ਕੋਲ ਨਹੀਂ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ। ਠੀਕ ਹੈ ਜੀ, ਚਲੋ ਹਾਂ ਤੁਸੀਂ ਪੁੱਛੋਗੇ ਸਰ ਤੁਹਾਡੇ ਚੈਨਲ ਨੂੰ ਹੀ ਸਬਸਕ੍ਰਾइब ਕਿਉਂ ਕਰੀਏ? ਤਾਂ ਦੇਖੋ ਬੱਚੋ, ਇਹ ਜੋ ਚੈਨਲ ਹੈ ਇਸ ਤੇ ਪੰਜਾਬ ਪੁਲਿਸ ਹੈੱਡ ਕਾਂਸਟੇਬਲ ਦੀਆਂ ਜਿਹੜੀਆਂ ਪੋਸਟਾਂ ਆਈਆਂ ਨੇ ਆਪਣੇ ਕੋਲੇ। ਠੀਕ ਹੈ, SI ਹੈ, ਐਕਸਾਈਜ਼ ਇੰਸਪੈਕਟਰ ਹੈ, PSSB ਹੈ, ਕਲਰਕ ਦੀਆਂ ਜੋ ਪੋਸਟਾਂ ਨੇ PSSB ਦੇ ਆਲ ਐਗਜ਼ਾਮ ਦੀ ਆਪਾਂ ਇੱਥੇ ਗੱਲ ਕਰਾਂਗੇ। ठीक है, फॉरेस्ट गार्ड है, VDO है, PPSC ਦੀਆਂ ਜਿਹੜੀਆਂ ਹੈਗੀਆਂ ਇੱਥੇ ਤਿਆਰੀ ਕਰਵਾਈ ਜਾਊਗੀ। ਇਸ ਚੈਨਲ ਬਿਲਕੁਲ ਨਵਾਂ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਚੈਨਲ ਤੇ ਅਸੀਂ ਸਭ ਤੋਂ ਪਹਿਲਾਂ ਕਰੰਟ ਅਫੇਅਰਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਠੀਕ ਹੈ, ਡੇਲੀ ਕਰੰਟ ਅਫੇਅਰ ਇੱਥੇ ਅਪਲੋਡ ਹੋਇਆ ਕਰੂਗੀ ਵੀਡੀਓ। ਅਸੀਂ ਮਿਹਨਤ ਕਰਾਂਗੇ ਰੈਗੂਲਰ ਤੁਹਾਡੇ ਵਾਸਤੇ। ਪੰਜਾਬੀ ਦੇ ਵਿੱਚ ਵੀਡੀਓ ਹੋਇਆ ਕਰੇਗੀ। ਕਰੰਟ ਅਫੇਅਰਸ ਦੀ ਜਿਹੜੀ ਹੈਗੀ ਹੈ ਸੀਰੀਜ਼ ਹੈ ਇਸ ਚੈਨਲ ਤੇ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਹਾਡਾ ਪਿਆਰ ਮਿਲਦਾ ਰਿਹਾ, ਠੀਕ ਹੈ, ਤੁਸੀਂ ਸਾਨੂੰ ਪਿਆਰ ਕਰਦੇ ਰਹੇ, ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੇ, ਲਾਈਕ ਕਰਦੇ ਰਹੇ, ਤਾਂ ਇਸੇ ਚੈਨਲ ਤੇ ਅਸੀਂ ਮੈਥ ਜਿਹੜਾ ਹੈਗਾ ਉਹ ਸ਼ੁਰੂ ਕਰ ਦਾਂਗੇ। ਅਦਭੁਤ ਕੰਟੈਂਟ ਹੋਏਗਾ ਮੈਥ ਦਾ। ਠੀਕ ਹੈ, ਕੋਈ ਵੀ ਪੇਪਰ ਤੁਸੀਂ ਦੇ ਦਿਓ ਪੰਜਾਬ ਦੇ, ਕੋਈ ਵੀ ਜਿਹੜਾ ਕੰਪੀਟੀਸ਼ਨ ਐਗਜ਼ਾਮ ਹੋਏਗਾ ਉਸ ਦੇ ਵਾਸਤੇ ਮੈਥ ਜੇ ਤੁਸੀਂ ਇਸ ਚੈਨਲ ਤੋਂ ਪੜ੍ਹ ਲਿਆ ਤਾਂ ਹੋਰ ਕਿਤੋਂ ਪੜ੍ਹਨ ਦੀ ਕੋਈ ਵੀ ਲੋੜ ਨਹੀਂ ਹੋਏਗੀ। ਠੀਕ ਹੈ, ਮੈਥ ਪੰਜਾਬੀ ਦੇ ਵਿੱਚ ਸ਼ੁਰੂ ਹੋਏਗਾ ਜੀ, ਪੰਜਾਬੀ ਲੈਂਗੁਏਜ ਦੇ ਵਿੱਚ ਪੜ੍ਹਾਇਆ ਜਾਏਗਾ ਜਿਸ ਦੇ ਵਿੱਚ ਤੁਸੀਂ ਕੰਫਰਟੇਬਲ ਹੋ, ਜਿਸ ਦੇ ਵਿੱਚ ਤੁਸੀਂ ਸਮਝ ਸਕਦੇ ਹੋ। ਪਲੱਸ ਇਸ ਚੈਨਲ ਤੇ ਇੰਗਲਿਸ਼ ਜਿਹੜੀ ਹੈਗੀ ਹੈ ਉਹ ਅਸੀਂ ਸ਼ੁਰੂ ਕਰ ਦਾਂਗੇ। ਠੀਕ ਹੈ, ਤੇ ਇਸ ਚੀਜ਼ ਨੂੰ ਤੁਸੀਂ ਨੋਟੀਫਾਈ ਰੱਖਣਾ, ਯਾਦ ਰੱਖਣਾ, ਤੇ ਆਹ ਚੀਜ਼ ਯਾਦ ਰੱਖਣੀ ਹੈ SLS। ਬਾਕੀ ਕੰਮ ਬਾਅਦ 'ਚ, ਪਹਿਲਾਂ SLS ਯਾਦ ਰੱਖਣਾ ਜੀ। ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਤੇ ਨਾਲ ਛੋਟਾ ਜਿਹਾ ਵੀ ਜੋੜ ਲਓ, ਬੈਲ ਆਈਕਨ ਵੀ ਦਬਾ ਲੈਣੀ ਹੈ। ਚਲੋ ਅੱਗੇ ਮੋਟੀਵੇਸ਼ਨ ਹੈ ਜੀ। ਗੱਲਾਂ ਨਾਲ ਨਹੀਂ ਇੱਥੇ ਮਹਿਲ ਬਣਦੇ, ਹੱਥ ਪੈਰ ਆਪ ਵੀ ਥੋੜ੍ਹਾ ਹਿਲਾਉਣਾ ਪੈਂਦਾ ਏ। ਫੁੱਲ ਪਾਉਣ ਲਈ ਬੱਲਿਆ ਕੰਢਿਆਂ ਨੂੰ ਵੀ ਸਹਿਲਾਉਣਾ ਪੈਂਦਾ ਏ। ਜਿੱਤ ਤਾਂ ਮਿਲ ਜਾਂਦੀ ਹੈ ਪਰ ਕਾਕਾ ਜਿੱਤਣ ਲਈ ਆਪਣੇ ਆਪ ਨੂੰ ਤਪਾਉਣਾ ਪੈਂਦਾ ਹੈ। ਉਹ ਕਹਿੰਦਾ ਗੱਲਾਂ ਨਾਲ ਨਹੀਂ ਮਹਿਲ ਬਣਦੇ। ਗੱਲਾਂ ਨਾਲ ਇੱਥੇ ਕੁਛ ਨਹੀਂ ਹੁੰਦਾ। ਕਿਤੇ ਅੱਜ ਮੈਂ ਆਹ ਕਰ ਦਾਂਗਾ, ਅੱਜ ਮੈਂ 24 ਘੰਟੇ ਪੜ੍ਹੂੰਗਾ, ਅੱਜ ਮੈਂ 2 ਘੰਟੇ ਪੜ੍ਹੂੰਗਾ, ਅੱਜ ਮੈਂ ਸੁਬਾਹ ਜਲਦੀ ਉੱਠੂੰਗਾ। ਗੱਲਾਂ ਨਾਲ ਨਹੀਂ ਮਹਿਲ ਬਣਦੇ। ਗੱਲਾਂ ਨਾਲ ਕੁਛ ਨਹੀਂ ਹੋਣਾ, ਪੇਪਰ ਕਲੀਅਰ ਨਹੀਂ ਹੋਣਾ। ਹੱਥ ਕੋਈ ਨਾ ਕੋਈ ਹਿਲਾਉਣਾ ਪੈਂਦਾ ਹੈ। ਠੀਕ ਹੈ, ਮਿਹਨਤ ਕਰਨੀ ਪੈਂਦੀ ਹੈ। ਜੇਕਰ ਆਪਾਂ ਨੂੰ ਜਿੱਤ ਨਹੀਂ ਪ੍ਰਾਪਤ ਹੋ ਰਹੀ, ਠੀਕ ਹੈ, ਆਪਣਾ ਪੇਪਰ ਨਹੀਂ ਕਲੀਅਰ ਹੋ ਰਿਹਾ, ਤਾਂ ਕਹਿੰਦੇ ਆਪਾਂ ਆਪਦੇ ਆਪ ਨੂੰ ਤਪਾਇਆ ਨਹੀਂ ਹੈ। ਜਿੱਤਣ ਲਈ ਆਪਦੇ ਆਪ ਨੂੰ ਤਪਾਉਣਾ ਪੈਂਦਾ ਹੈ, ਜਲਦੀ ਸੁਬਾਹ ਉੱਠਣਾ ਪੈਂਦਾ ਹੈ। ਠੀਕ ਹੈ, ਮਿਹਨਤ ਰੈਗੂਲਰ ਕਰਨੀ ਪੈਂਦੀ ਹੈ, ਇੱਕ ਰੂਟੀਨ ਬਣਾਉਣਾ ਪੈਂਦਾ ਹੈ, ਸਾਰੇ ਕੰਮ ਤਿਆਗ ਕੇ ਸਟੱਡੀ ਨੂੰ ਫੋਕਸ ਕਰਨਾ ਪੈਂਦਾ ਹੈ। ਠੀਕ ਹੈ, ਉਹ ਕਿਸੇ ਨੇ ਕਿਹਾ ਵੀ ਜਿਹੜੀ ਸਟੱਡੀ ਹੈ, ਪੜ੍ਹਨਾ ਕਿਸੇ ਯੋਧੇ ਦਾ ਕੰਮ ਹੈ, ਕਿਸੇ ਕਮਜ਼ੋਰ ਦਾ ਕੰਮ ਨਹੀਂ ਹੈ। ਇਸ ਕਰਕੇ ਆਪਾਂ ਯੋਧੇ ਬਣੀਏ। ਠੀਕ ਹੈ, ਇਸ ਕੰਮ ਨੂੰ ਸੀਰੀਅਸ ਲੈ ਕੇ ਆਪਾਂ ਅੱਗੇ ਵਧੀਏ ਤਾਂ ਜੋ ਆਪਣਾ ਬ੍ਰਾਈਟ ਫਿਊਚਰ ਜਿਹੜਾ ਹੈਗਾ ਇਸ ਨਾਲ ਬਣ ਸਕੇ। ਚਲੋ ਆਸ਼ਾ ਕਰਦਾ ਕਿ ਤੁਸੀਂ ਮੋਟੀਵੇਟ ਹੋ ਗਏ ਹੋਵੋਗੇ। ਅੱਗੇ ਪਹਿਲੇ ਕੁਐਸਚਨ ਵੱਲ ਵਧਦੇ ਹਾਂ ਜੀ। ਮੰਕੀ ਪੌਕਸ ਵੇਰੀਐਂਟ ਦਾ ਨਾਮ ਬਦਲ ਕੇ ਰੱਖਿਆ ਗਿਆ ਹੈ। ਵਾਇਰਸ ਵਾਇਰਸ ਵਾਇਰਸ, ਆਈ ਡੋਂਟ ਲਾਈਕ ਵਾਇਰਸ ਬਟ ਵਾਇਰਸ ਲਾਈਕਸ ਮੀ। ਇਹ ਤਾਂ ਉਹੀ ਗੱਲ ਹੋਈ ਪਈ ਹੈ ਜੀ, ਵਾਇਰਸ ਲਾਈਕਸ ਮੀ। ਵਾਇਰਸ ਆਪਣਾ ਜਿਹੜਾ ਹੈਗਾ ਖੇੜਾ ਨਹੀਂ ਛੱਡਦਾ। ਮੰਕੀ ਪੌਰੈਂਸ ਜਿਹੜਾ ਮੰਕੀ ਪੌਕਸ ਵੇਰੀਐਂਟ ਦਾ ਜਿਹੜਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ ਹੈ। ਤੁਸੀਂ ਆਖੋ ਸਰ ਇਸ ਦਾ ਮੰਕੀ ਪੌਕਸ ਪਹਿਲੀ ਵਾਰ ਸੁਣ ਰਹੇ ਹਾਂ, ਇਸ ਦਾ ਵੇਰੀਐਂਟ ਵੀ ਆ ਗਿਆ, ਇਸ ਦਾ ਨਾਮ ਵੀ ਬਦਲ ਦਿੱਤਾ ਗਿਆ। ਜੀ ਹਾਂ, ਮੰਕੀ ਪੌਕਸ ਜਿਹੜਾ ਹੈਗਾ ਸੰਸਾਰ ਦੇ ਵਿੱਚ ਜਿਹੜਾ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਫੈਲਣਾ ਸ਼ੁਰੂ ਹੋ ਚੁੱਕਿਆ। ਠੀਕ ਹੈ, ਇਸ ਦਾ ਵੇਰੀਐਂਟ ਜਿਹੜਾ ਹੈਗਾ ਮੰਕੀ ਪੌਕਸ ਇਸ ਦਾ ਪਹਿਲਾ ਨਾਮ ਸੀਗਾ, ਇਸ ਦਾ ਵੇਰੀਐਂਟ ਹੈ, ਇਹਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ, ਕਲੇਡਸ ਰੱਖ ਦਿੱਤਾ ਗਿਆ। ਜਿਵੇਂ ਆਪਣੇ ਕੋਲ ਕੋਵਿਡ-19 ਦੀ ਸ਼ੁਰੂਆਤ ਹੋਈ ਸੀ ਤਾਂ ਉਸ 'ਤੇ ਅਲੱਗ-ਅਲੱਗ ਵੇਰੀਐਂਟ ਆਈ ਸੀ ਆਪਣੇ ਸਾਹਮਣੇ, ਅਲਫਾ, ਬੀਟਾ, ਡੈਲਟਾ, ਓਮਿਕਰੋਨ। ਉਸੇ ਤਰ੍ਹਾਂ ਹੀ ਮੰਕੀ ਪੌਕਸ ਦਾ ਜਿਹੜਾ ਵੇਰੀਐਂਟ ਆਪਣੇ ਕੋਲ ਆਏਗਾ ਉਹਦਾ ਕੀ ਨਾਂ ਰੱਖਿਆ ਗਿਆ? ਕਲੇਡਸ ਰੱਖਿਆ ਗਿਆ। ਠੀਕ ਹੈ, ਕਲੇਡਸ ਵੀ ਅੱਗੇ ਹੈਗਾ 2 ਹਿੱਸਿਆਂ ਵਿੱਚ ਵੰਡ ਕੇ ਉਹਨਾਂ ਨੇ ਦੱਸਿਆ। ਇੱਕ ਦੱਸਿਆ ਆਪਾਂ ਨੂੰ ਕਲੇਡਸ 1 ਨਾਮ ਰੱਖਿਆ। ਠੀਕ ਹੈ, ਨੈਕਸਟ ਰੱਖਿਆ ਕਲੇਡਸ ਸੈਕਿੰਡ A ਐਂਡ ਕਲੇਡਸ ਸੈਕਿੰਡ B। ਇਹ ਰੀਜ਼ਨ ਦੇ ਹਿਸਾਬ ਨਾਲ ਜਿਹੜੀ ਹੈਗੀ ਹੈ ਡਿਸਟਰੀਬਿਊਟ ਜਿਹੜਾ ਹੈਗਾ ਵੰਡ ਕੀਤੀ ਗਈ ਹੈ ਇਹਦੀ ਵੇਰੀਐਂਟ ਦੀ। ਚਲੋ ਅੱਗੇ ਵੇਖੋ ਜੀ, ਮੰਕੀ ਪੌਕਸ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਮੰਕੀ ਪੌਕਸ ਕਿਸ ਦੇਸ਼ ਤੋਂ ਸ਼ੁਰੂ ਹੋਇਆ ਸੀਗਾ? ਤੇ ਤੁਸੀਂ ਨੋਟ ਕਰਨਾ, ਇਹ ਨਾਈਜੀਰੀਆ ਤੋਂ ਸ਼ੁਰੂ ਹੋਇਆ ਸੀ ਜੀ।
ਕਿੱਥੋਂ ਸ਼ੁਰੂ ਹੋਇਆ ਸੀ? ਨਾਈਜੀਰੀਆ ਤੋਂ ਸ਼ੁਰੂ ਹੋਇਆ ਸੀ। ਨਾਈਜੀਰੀਆ ਦੇ ਨਾਲ ਤੁਸੀਂ ਲਿਖ ਲੈਣਾ ਇਸ ਨੂੰ ਪਾਮ ਆਇਲ ਕੰਟਰੀ ਵੀ ਕਹਿੰਦੇ ਨੇ, ਜੋ ਆਪਣੇ ਵੈਜੀਟੇਬਲ ਆਇਲ ਹੁੰਦੇ ਨੇ, ਠੀਕ ਹੈ। ਇਸ ਕਰਕੇ ਇਸ ਨੂੰ ਕੀ ਹੈ? ਪਾਮ ਆਇਲ ਕੰਟਰੀ ਵੀ ਕਿਹਾ ਜਾਂਦਾ ਹੈ। ਮੰਕੀ ਪੌਕਸ ਜਿਹੜਾ ਫਸਟ ਕੇਸ ਹੈ ਕਿਸੇ ਕੰਟਰੀ, ਕਿਹੜੀ ਕੰਟਰੀ ਦੇ ਵਿੱਚ ਜਿਹੜਾ ਫਸਟ ਕੇਸ ਆਇਆ ਸੀ, ਤੇ ਤੁਸੀਂ ਨੋਟ ਕਰ ਲੈਣਾ ਦਾ ਫਸਟ ਕੇਸ ਜਿਹੜਾ ਆਇਆ ਸੀਗਾ ਉਹ ਯੂਕੇ ਦੇ ਵਿੱਚ ਆਇਆ ਸੀਗਾ, ਠੀਕ ਹੈ, ਯੂਨਾਈਟਿਡ ਕਿੰਗਡਮ ਦੇ ਵਿੱਚ ਆਇਆ ਸੀਗਾ। ਇੰਡੀਆ ਦੀ ਗੱਲ ਕਰੀਏ ਤਾਂ ਫਸਟ ਕੇਸ ਕਿੱਥੇ ਆਇਆ ਸੀਗਾ? ਇੰਡੀਆ ਦੇ ਵਿੱਚ ਫਸਟ ਕੇਸ ਜਿਹੜਾ ਆਇਆ ਸੀ ਉਹ ਕੇਰਲ ਦੇ ਵਿੱਚ ਆਇਆ ਜੀ, ਠੀਕ ਹੈ। ਪਹਿਲੀ ਡੈਥ ਕਿੱਥੇ ਹੋਈ ਹੈ ਇਸ ਦੀ ਇੰਡੀਆ ਦੇ ਵਿੱਚ, ਤਾਂ ਉਹ ਵੀ ਕਿੱਥੇ ਹੋਈ ਹੈ? ਕੇਰਲ ਦੇ ਵਿੱਚ ਹੋਈ ਹੈ, ਠੀਕ ਹੈ। ਅੱਗੇ ਵੇਖਦੇ ਹਾਂ ਜੀ। ਇਹ ਇੱਕ ਜੂਨੋਟਿਕ ਡਿਸੀਜ਼ ਹੈ, ਇਸ ਨੂੰ ਤੁਸੀਂ ਧਿਆਨ ਨਾਲ ਨੋਟ ਕਰ ਲੈਣਾ। ਇਹ ਇੱਕ ਜੂਨੋਟਿਕ ਬਿਮਾਰੀ ਹੈ। ਇਹ ਜੂਨੋਟਿਕ ਬਿਮਾਰੀ ਕੀ ਹੁੰਦਾ ਸਰ ਜੀ? ਜੂਨੋਟਿਕ ਬਿਮਾਰੀ ਹੁੰਦੀ ਹੈ ਜੀ ਜਿਹੜੀ ਆਪਣੇ ਐਨੀਮਲ ਟੂ ਹਿਊਮਨ ਦੇ ਵਿੱਚ ਫੈਲਦੀ ਹੈ, ਠੀਕ ਹੈ। ਜੂਨੋਟਿਕ ਬਿਮਾਰੀ ਕਿਹੜੀ ਹੁੰਦੀ ਹੈ? ਜੋ ਐਨੀਮਲ ਟੂ ਹਿਊਮਨ ਦੇ ਵਿੱਚ ਫੈਲਦੀ ਹੈ। ਬਿਲਕੁਲ ਸਮੌਲ ਪੌਕਸ ਲਾਈਕ ਸਮੌਲ ਪੌਕਸ ਚੇਚਕ ਜੋ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਫੈਲਿਆ ਸੀ, ਕੋਈ ਸਮਾਂ ਹੁੰਦਾ ਸੀ ਉਸ ਸਮੇਂ ਫੈਲਿਆ ਸੀ, ਤਾਂ ਬਿਲਕੁਲ ਸਮੌਲ ਪੌਕਸ ਦੀ ਤਰ੍ਹਾਂ ਸਿਮਿਲਰ ਹੈ। ਆ ਦੇਖੋ ਇੱਥੇ ਜੋ ਫੋੜੇ ਫਿੰਸੀਆਂ ਨੇ, ਜੋ ਸਮੌਲ ਪੌਕਸ ਜਿਹੜੇ ਚੇਚਕ ਦੀ ਤਰ੍ਹਾਂ ਆਪਣੇ ਨਿਕਲਦੇ, ਬਿਲਕੁਲ ਉਸੇ ਤਰ੍ਹਾਂ ਇਸ ਦੇ ਲੱਛਣ ਜਿਹੜੇ ਹੈਗੇ ਨੇ ਉਹ ਦਿਖਾਈ ਦਿੰਦੇ ਨੇ, ਠੀਕ ਹੈ ਜੀ। ਇਹਦਾ ਵੇਰੀਐਂਟ ਤੁਸੀਂ ਨੋਟ ਕਰ ਹੀ ਲਿਆ ਹੈਗਾ, ਫਿਰ ਲਿਖਦੇ ਨੇ ਆਪਾਂ ਕਲੇਡਸ ਦਾ ਵੇਰੀਐਂਟ ਹੈ ਜਿਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਲਿਖਿਆ ਕਲੇਡਸ ਫਸਟ, ਕਲੇਡਸ ਸੈਕਿੰਡ ਏ ਐਂਡ ਕਲੇਡਸ ਸੈਕਿੰਡ ਬੀ ਦੀ ਇੱਥੇ ਗੱਲ ਕੀਤੀ ਗਈ ਹੈ, ਠੀਕ ਹੈ ਜੀ। ਇੱਥੇ ਆਵੇ ਆਪਣੇ ਕੋਲ ਲਿਖਿਆ ਹੈਗਾ ਫੀਵਰ, ਮਸਲ ਪੇਨ, ਹੈਡੇਕ, ਸਵੋਲਨ ਜਿਹੜਾ ਹੈਗਾ ਇਸ ਦੇ ਲੱਛਣ ਹੈਗੇ ਨੇ ਜਿਹੜੇ ਹੈਗੇ ਮੰਕੀ ਪੌਕਸ ਦੇ ਹੈਗੇ ਨੇ। ਚਲੋ ਅੱਗੇ ਵਧਦੇ ਹਾਂ। ਆਪਾਂ ਮੰਕੀ ਪੌਕਸ ਦੇ ਵੇਰੀਐਂਟ ਦਾ ਨਾਮ ਕੀਤੇ, ਉਸੇ ਤਰ੍ਹਾਂ ਕੋਵਿਡ-19 ਦੇ ਜੋ ਵੇਰੀਐਂਟ ਆਏ ਸੀਗੇ, ਇੱਕ ਸੀਗਾ ਡੈਲਟਾ ਜਿਸ ਨੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਈ ਸੀ। ਇਸ ਦਾ ਕਈ ਵਾਰ ਨਾਮ ਪੁੱਛ ਲਿਆ ਜਾਂਦਾ ਵੇਰੀਐਂਟ ਦਾ, ਤਾਂ ਇਸ ਦਾ ਨਾਮ ਤੁਸੀਂ ਨੋਟ ਕਰਨਾ ਹੈ B1.617.2। ਓਮਿਕਰੋਨ ਵੀ ਇੱਕ ਇਸ ਦਾ ਵੇਰੀਐਂਟ ਸੀਗਾ, ਠੀਕ ਹੈ। ਇਹ ਤਾਂ ਆਪਾਂ ਨੂੰ ਰਾਤ ਨੂੰ ਸੁਪਨੇ ਵਿੱਚ ਵੀ ਸਤਾਉਂਦਾ ਸੀ ਓਮਿਕਰੋਨ, ਆਪਾਂ ਨੂੰ ਨਾਮ ਯਾਦ ਸੀਗਾ। ਤਾਂ ਇਸ ਦਾ ਜਿਹੜਾ ਸੀਗਾ B.1.1.529 ਇਸ ਦਾ ਜਿਹੜਾ ਨਾਮ ਸੀਗਾ। ਇਸ ਨੂੰ ਤੁਸੀਂ ਧਿਆਨ ਨਾਲ ਨੋਟ ਕਰ ਲੈਣਾ ਤੇ ਯਾਦ ਕਰਨਾ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਅੱਜ ਕੱਲ੍ਹ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ ਜੋ ਕਰੰਟ ਨਾਲ ਰਿਲੇਟਡ ਨੇ ਆਪਣੇ ਕੋਲ, ਠੀਕ ਹੈ। ਚਲੋ WHO ਦੀ ਗੱਲ ਕਰੀਏ ਤਾਂ WHO ਦੀ ਫੁੱਲ ਫਾਰਮ ਹੈਗੀ ਆ ਵਰਲਡ ਹੈਲਥ ਆਰਗੇਨਾਈਜੇਸ਼ਨ, ਠੀਕ ਹੈ ਜੀ। ਵਰਲਡ ਹੈਲਥ ਆਰਗੇਨਾਈਜੇਸ਼ਨ, ਇਸ ਦੀ ਸਥਾਪਨਾ ਕਦੋਂ ਹੋਈ ਸੀ? ਤੇ ਇਸ ਦੀ ਸਥਾਪਨਾ ਨੋਟ ਕਰ ਲਓ ਤੁਸੀਂ 7 ਅਪ੍ਰੈਲ 1948 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀਗੀ। ਇਸੇ ਕਰਕੇ ਹੀ 7 ਅਪ੍ਰੈਲ ਨੂੰ ਕੀ ਮਨਾਇਆ ਜਾਂਦਾ ਹੈ? ਵਰਲਡ ਹੈਲਥ ਡੇ ਜਿਹੜਾ ਹੈਗਾ ਉਹ ਮਨਾਇਆ ਜਾਂਦਾ, ਵਰਲਡ ਹੈਲਥ ਡੇ। ਵਰਲਡ ਹੈਲਥ ਡੇ 2022 ਦੀ ਕੀ ਥੀਮ ਸੀ ਜੀ? ਜੋ 2022 ਦੇ ਵਿੱਚ ਮਨਾਇਆ ਗਿਆ ਉਸ ਦੀ ਕੀ ਥੀਮ ਸੀ, ਉਸ ਦਾ ਕੀ ਏਮ ਸੀ? ਤਾਂ ਉਹ ਤੁਸੀਂ ਨੋਟ ਕਰ ਲੈਣਾ ਆਵਰ ਪਲੈਨਟ ਆਵਰ ਹੈਲਥ, ਵੀ ਸਾਡਾ ਪਲੈਨਟ ਜੇ ਸੁਰੱਖਿਅਤ ਰਹੇਗਾ ਤਾਂ ਸਾਡੀ ਹੈਲਥ ਵੀ ਜਿਹੜੀ ਹੈ ਚੰਗੀ ਰਹੇਗੀ। ਆਵਰ ਪਲੈਨਟ ਆਵਰ ਹੈਲਥ। ਤਾਂ ਇਸ ਦੇ ਹੈੱਡ ਕੌਣ ਨੇ WHO ਦੇ? ਇਹ ਤੁਸੀਂ ਨੋਟ ਕਰ ਲੈਣਾ। ਇਸ ਦੇ ਹੈੱਡ ਨੇ ਜੀ ਟੈਡਰੋਸ ਐਡਨਮ, ਟੈਡਰੋਸ ਐਡਨਮ ਇਸ ਦੇ ਹੈੱਡ ਨੇ। ਇਸ ਦੇ ਹੈੱਡਕੁਆਟਰ ਕਿੱਥੇ ਨੇ? ਇਹ ਤੁਸੀਂ ਨੋਟ ਕਰ ਲੈਣਾ। ਇਸ ਦੇ ਹੈੱਡਕੁਆਟਰ ਹੈਗੇ ਨੇ ਜਿਨੇਵਾ, ਜੋ ਕਿ ਕਿੱਥੇ ਸਥਿਤ ਹੈ? ਸਵਿਟਜ਼ਰਲੈਂਡ ਦੇ ਵਿੱਚ। ਸੋ WHO ਨੂੰ ਤੁਹਾਡਾ ਨੋਟ ਹੋਣਾ ਚਾਹੀਦਾ। ਸਥਾਪਨਾ ਕਦੋਂ ਹੋਈ ਸੀ? 7 ਅਪ੍ਰੈਲ 1948 ਵਿੱਚ ਹੋਈ ਸੀਗੀ। ਵਰਲਡ ਹੈਲਥ ਡੇ ਜਿਹੜਾ ਹੈਗਾ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਗਾ। ਥੀਮ ਕੀ ਸੀ 2022 ਦੇ ਵਿੱਚ? ਆਵਰ ਪਲੈਨਟ ਆਵਰ ਹੈਲਥ। ਫੁੱਲ ਫਾਰਮ ਕੀ ਹੈ? ਵਰਲਡ ਹੈਲਥ ਆਰਗੇਨਾਈਜੇਸ਼ਨ WHO ਦੀ। ਟੈਡਰਸ ਐਡਨੋਮ ਇਸ ਦੇ ਹੈੱਡ ਨੇ। ਇਹਦਾ ਹੈੱਡਕੁਆਟਰਸ ਕਿੱਥੇ ਨੇ? ਤੇ ਇਹਦੇ ਹੈੱਡਕੁਆਟਰਸ ਹੈਗੇ ਨੇ ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ ਹੈਗੇ ਨੇ। ਚਲੋ ਨੈਕਸਟ ਕੁਐਸਚਨ ਹੈ, ਸੁਲਤਾਨ ਅਜਲਾਨ ਸ਼ਾਹ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ? ਸੁਲਤਾਨ ਅਜਲਾਨ ਸ਼ਾਹ ਕੱਪ, ਸੁਲਤਾਨ ਅਜਲਾਨ ਸ਼ਾਹ ਕੱਪ ਦਾ ਜਿਹੜਾ ਸੰਬੰਧ ਹੈ ਉਹ ਹਾਕੀ ਨਾਲ ਹੈ ਜੀ, ਠੀਕ ਹੈ। ਮੇਨਲੀ ਕਿਹਾ ਜਾਵੇ ਤਾਂ ਪੁਰਸ਼ ਹਾਕੀ ਨਾਲ ਜਿਹੜਾ ਹੈ ਇਸ ਦਾ ਸੰਬੰਧ ਹੈਗਾ, ਪੁਰਸ਼ ਹਾਕੀ ਨਾਲ ਜਿਹੜਾ ਹੈਗਾ ਸੰਬੰਧ ਹੈਗਾ। ਜਿਹੜਾ ਅੰਤਰਰਾਸ਼ਟਰੀ ਲੈਵਲ 'ਤੇ ਜਿਹੜਾ ਹੈਗਾ ਇਹ ਕੱਪ ਹੈ ਉਹ ਆਯੋਜਿਤ ਕੀਤਾ ਜਾਂਦਾ, ਅੰਤਰਰਾਸ਼ਟਰੀ ਲੈਵਲ 'ਤੇ ਜਿਹੜਾ ਹੈਗਾ ਆਯੋਜਿਤ ਕੀਤਾ ਜਾਂਦਾ, ਠੀਕ ਹੈ ਜੀ। ਪੁੱਛ ਲਿਆ ਜਾਵੇ ਕਿੱਥੇ ਕੰਡਕਟ ਹੁੰਦਾ ਹੈ, ਕਿਹੜੀ ਕੰਟਰੀ ਦੇ ਵਿੱਚ ਹੁੰਦਾ ਹੈ, ਤਾਂ ਮਲੇਸ਼ੀਆ ਦੇ ਵਿੱਚ ਹੁੰਦਾ ਜੀ। ਇਸ ਵਾਰ ਕਿੱਥੇ ਹੋਏਗਾ? ਇਸ ਵਾਰ ਵੀ ਮਲੇਸ਼ੀਆ 'ਚ ਹੋਏਗਾ, ਕਿਉਂਕਿ ਹਰੇਕ ਸਾਲ ਜਿਹੜਾ ਹੈਗਾ ਸੁਲਤਾਨ ਅਜਲਾਨ ਸ਼ਾਹ ਜਿਹੜਾ ਸ਼ਾਹ ਕੱਪ ਹੈ ਉਹ ਹਰੇਕ ਸਾਲ ਮਲੇਸ਼ੀਆ ਦੇ ਵਿੱਚ ਹੀ ਹੁੰਦਾ। ਮਲੇਸ਼ੀਆ ਦੀ ਕੈਪੀਟਲ ਰਾਜਧਾਨੀ ਪੁੱਛ ਲਈ ਜਾਵੇ ਤਾਂ ਇਸ ਤੁਸੀਂ ਨੋਟ ਕਰ ਲਓ, ਇਹ ਹੈਗੇ ਜੀ ਕੁਆਲਾ ਲਾਮਪੁਰ। ਇਸ ਦੀ ਰਾਜਧਾਨੀ ਕੀ ਹੈ? ਕੁਆਲਾ ਲਾਮਪੁਰ ਇਸ ਦੀ ਰਾਜਧਾਨੀ ਹੈ। 2019 ਦੇ ਵਿੱਚ ਸੁਲਤਾਨ ਅਜਲਾਨ ਸ਼ਾਹ ਜਿਹੜਾ ਕੱਪ ਹੋਇਆ ਸੀ
ਉਸ ਦੇ ਵਿੱਚ ਵਿਨਰ ਕੌਣ ਰਿਹਾ ਸੀ ਤਾਂ ਤੁਸੀਂ ਨੋਟ ਕਰ ਲੈਣਾ, ਸਾਊਥ ਕੋਰੀਆ ਜਿਹੜਾ ਹੈਗਾ ਵਿਜੇਤਾ ਰਿਹਾ ਸੀ। ਕਿਸ ਨੂੰ ਹਰਾ ਕੇ ਹੋਇਆ ਸੀ ਤਾਂ ਇੰਡੀਆ ਨੂੰ ਹਰਾ ਕੇ ਵਿਜੇਤਾ ਬਣਿਆ ਸੀ। ਇੰਡੀਆ ਉਸ ਦੇ ਵਿੱਚ ਕੀ ਸੀਗਾ, ਉਪ ਵਿਜੇਤਾ ਸੀਗਾ। ਠੀਕ ਹੈ ਜੀ। 2020 ਦੇ ਵਿੱਚ 2021 ਦੇ ਵਿੱਚ ਇਹ ਟਰੋਫੀ ਕੈਂਸਲ ਹੋਈ ਸੀ ਡਿਊ ਟੂ ਕੋਵਿਡ-19। ਤਾਂ ਹੁਣ 2022 ਦੇ ਵਿੱਚ ਜਿਹੜਾ ਹੈਗਾ ਕਰੰਟ ਦੀ ਨਿਊਜ਼ ਬਣੀ ਹੈ, 2022 ਦੇ ਵਿੱਚ ਜਿਹੜਾ ਹੈਗਾ ਸ਼ੁਰੂ ਹੋਣ ਜਾ ਰਿਹਾ। ਕਿੰਨੇ ਤੋਂ ਕਿੰਨੇ ਹੋਏਗਾ ਤੁਸੀਂ ਨੋਟ ਕਰ ਲਓ, 16 ਨਵੰਬਰ ਟੂ 25 ਨਵੰਬਰ ਤੋਂ ਲੈ ਕੇ ਜਿਹੜਾ ਗੇਮਸ ਚੱਲਣਗੀਆਂ ਇਹ। ਠੀਕ ਹੈ, 2022 ਦੇ ਵਿੱਚ ਹੁਣੇ ਕੰਡਕਟ ਹੋਣ ਜਾ ਰਿਹਾ। ਕਿੱਥੇ ਹੋਏਗਾ, ਮਲੇਸ਼ੀਆ ਦੇ ਵਿੱਚ ਹੋਏਗਾ। ਹਰੇਕ ਸਾਲ ਮਲੇਸ਼ੀਆ ਦੇ ਵਿੱਚ ਹੁੰਦਾ ਹੈ। ਕੁਆਲਾਲੰਪੁਰ ਮਲੇਸ਼ੀਆ ਦੀ ਰਾਜਧਾਨੀ ਹੈ। 2019 ਦੇ ਵਿੱਚ ਹੋਇਆ ਸੀਗਾ, ਸਾਊਥ ਕੋਰੀਆ ਉਸ ਦਾ ਵਿਨਰ ਰਿਹਾ ਸੀਗਾ। ਪੁਰਸ਼ ਹਾਕੀ ਨਾਲ ਜਿਹੜਾ ਸੰਬੰਧਿਤ ਹੈਗਾ ਤੇ ਅੰਤਰਰਾਸ਼ਟਰੀ ਜਿਹੜੇ ਮੈਚ ਨੇ ਉਹ ਇਸ ਵਿੱਚ ਕੰਡਕਟ ਕਰਾਏ ਜਾਂਦੇ। ਤੇ ਇਸ ਆਨਸਰ ਹੋ ਜਾਊਗਾ ਸਹੀ, ਬੀ ਦਾ ਸਹੀ ਆਨਸਰ ਹੋ ਜਾਊਗਾ ਹਾਕੀ। ਚਲੋ ਅੱਗੇ ਵੇਖੋ ਜੀ, ਕਾਮਨਵੈਲਥ ਗੇਮਸ 2022 ਜਿਹੜੀਆਂ ਹੁਣੇ ਹਾਲ ਹੀ ਵਿੱਚ ਕਾਮਨਵੈਲਥ ਗੇਮਸ ਹੋਈਆਂ, 91 ਨੰਬਰ ਦੀਆਂ ਸੀਗੀਆਂ ਪੁੱਛ ਲਿਆ ਜਾਵੇ ਤਾਂ 22 ਨੰਬਰ ਦੀਆਂ ਸੀਗੀਆਂ, 22ਵੇਂ ਨੰਬਰ ਦੀਆਂ ਸੀਗੀਆਂ ਜੀ। ਕਿੱਥੇ ਹੋਈਆਂ ਸੀਗੀਆਂ ਤਾਂ ਬਰਮਿੰਗਮ ਦੇ ਵਿੱਚ ਹੋਈਆਂ ਸੀਗੀਆਂ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਠੀਕ ਹੈ ਜੀ, ਬਰਮਿੰਗਮ ਦੇ ਵਿੱਚ ਹੋਈਆਂ ਸੀ। ਬਰਮਿੰਗਮ ਕਿੱਥੇ ਹੈ ਜੀ, ਯੂਕੇ ਦੇ ਵਿੱਚ ਹੈ, ਯੂਨਾਈਟਿਡ ਕਿੰਗਡਮ ਦੇ ਵਿੱਚ ਜਿਹੜਾ ਸਥਿਤ ਹੈ, ਇੰਗਲੈਂਡ ਦੇ ਵਿੱਚ ਸਥਿਤ ਹੈ ਕਹਿ ਲਓ। ਠੀਕ ਹੈ, 21 ਕਿੱਥੇ ਹੋਈਆਂ ਸੀ, 21ਵਾਂ ਕਿੰਨੇ ਹੋਈਆਂ ਸੀਗੀਆਂ ਤਾਂ ਇਹ ਹੋਈਆਂ ਸੀ ਜੀ ਗੋਲਡ ਕੋਸਟ ਦੇ ਵਿੱਚ ਹੋਈਆਂ ਸੀਗੀਆਂ। ਗੋਲਡ ਕੋਸਟ ਦੇ ਵਿੱਚ ਹੋਈਆਂ ਸੀ। ਗੋਲਡ ਕੋਸਟ ਕਿੱਥੇ ਹੈ ਜੀ, ਆਸਟ੍ਰੇਲੀਆ ਦੇ ਵਿੱਚ ਸਥਿਤ ਹੈ ਜੀ। 23rd ਮਤਲਬ 23ਵੇਂ ਨੰਬਰ ਦੀਆਂ ਕਿੱਥੇ ਹੋਣਗੀਆਂ ਤਾਂ ਇਹ ਵੀ ਕਿੱਥੇ ਹੋਣਗੀਆਂ, ਆਸਟ੍ਰੇਲੀਆ ਦੇ ਵਿੱਚ ਹੋਣਗੀਆਂ। ਫਸਟ ਕਿੱਥੇ ਹੋਈਆਂ ਸੀ, ਪਹਿਲੀਆਂ ਕਿੱਥੇ ਹੋਈਆਂ ਸੀ ਪੁੱਛ ਲਿਆ ਜਾਵੇ ਤਾਂ ਜਿਹੜੀ ਫਸਟ ਹੋਈਆਂ ਸੀਗੀਆਂ ਇਹ ਹੋਈਆਂ ਸੀ ਹੈਮਿਲਟਨ ਦੇ ਵਿੱਚ ਹੋਈਆਂ ਸੀਗੀਆਂ। ਇਹ ਤੁਸੀਂ ਨੋਟ ਕਰ ਲੈਣਾ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੁੱਛਿਆ ਜਾ ਰਿਹਾ ਪੇਪਰ ਦੇ ਵਿੱਚ। ਹੈਮਿਲਟਨ ਦੇ ਵਿੱਚ ਹੋਈਆਂ ਸੀਗੀਆਂ। ਹੈਮਿਲਟਨ ਕਿੱਥੇ ਹੈ, ਕੈਨੇਡਾ ਦੇ ਵਿੱਚ ਸਥਿਤ ਹੈ। 1930 ਦੇ ਵਿੱਚ ਜਿਹੜੀਆਂ ਹੈਗੀਆਂ ਪਹਿਲੀ ਵਾਰ ਕਾਮਨਵੈਲਥ ਗੇਮਸ ਹੋਈਆਂ ਸੀਗੀਆਂ। ਠੀਕ ਹੈ, ਜੋ ਹੁਣੇ ਹਾਲ ਹੀ ਵਿੱਚ ਬਰਮਿੰਗਮ ਦੇ ਵਿੱਚ ਹੋਈਆਂ ਉਸ ਦੀ ਗੱਲ ਕਰੀਏ ਤਾਂ ਇੰਡੀਆ ਦਾ ਜਿਹੜਾ ਰੈਂਕ ਹੈ ਉਹ 4th ਨੰਬਰ 'ਤੇ ਰਿਹਾ। ਫਸਟ ਰੈਂਕ ਜਿਹੜਾ ਇਹਦੇ ਵਿੱਚ ਹੈਗਾ ਉਹ ਆਸਟ੍ਰੇਲੀਆ ਨੇ ਜਿਹੜਾ ਹੈਗਾ ਹਾਸਲ ਕੀਤਾ। ਇੰਡੀਆ ਨੇ ਇਸ ਵਿੱਚ 22 ਗੋਲਡ, ਠੀਕ ਹੈ ਜੀ, 16 ਸਿਲਵਰ ਐਂਡ 23 ਜਿਹੜੇ ਹੈਗੇ ਨੇ ਉਹ ਬ੍ਰੌਂਜ ਮੈਡਲ ਜਿੱਤ ਕੇ ਟੋਟਲ 61 ਜਿਹੜੇ ਹੈਗੇ ਨੇ ਉਹ ਮੈਡਲ ਪ੍ਰਾਪਤ ਕੀਤੇ ਨੇ। ਰੈਂਕ ਪੁੱਛ ਲਈ ਜਾਵੇ ਇੰਡੀਆ ਦੀ ਤਾਂ 4th ਰੈਂਕ ਰਹੀ ਹੈ। ਫਸਟ ਰੈਂਕ ਇਸ ਵਿੱਚ ਆਸਟ੍ਰੇਲੀਆ ਦੀ ਹੋਈ ਹੈ। 22ਵੇਂ ਨੰਬਰ ਦੀਆਂ ਜਿਹੜੀਆਂ ਬਰਮਿੰਗਮ ਯੂਕੇ ਦੇ ਵਿੱਚ ਹੋਈਆਂ, 21 ਜਿਹੜੀਆਂ ਗੋਲਡ ਕੋਸਟ ਆਸਟ੍ਰੇਲੀਆ ਦੇ ਵਿੱਚ ਹੋਈਆਂ ਸੀ। 23ਵੇਂ ਨੰਬਰ ਦੀਆਂ ਜਿਹੜੀਆਂ ਹੋਣਗੀਆਂ ਅੱਗੇ ਆਸਟ੍ਰੇਲੀਆ ਦੇ ਵਿੱਚ ਹੋਣਗੀਆਂ। ਜੋ ਪਹਿਲੀ ਵਾਰ ਹੋਈਆਂ ਸੀ ਉਹ ਹੋਈਆਂ ਸੀ ਹੈਮਿਲਟਨ, ਜੋ ਕਿ ਕਿਤੇ ਕੈਨੇਡਾ ਦੇ ਵਿੱਚ ਹੈ। 1930 ਦੇ ਵਿੱਚ ਜਿਹੜਾ ਹੋ ਗਿਆ ਉਹ ਹੋਇਆ ਸੀ। ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 2022 ਦੀ ਗੱਲ ਕਰੀਏ, ਇਹ ਹਾਲ ਹੀ ਵਿੱਚ ਹੁਣੇ ਕੰਡਕਟ ਹੋਈਆਂ ਸੀ ਜੀ। ਕਿੱਥੇ ਹੋਈਆਂ ਸੀ, USA ਮਤਲਬ ਅਮਰੀਕਾ ਦੇ ਵਿੱਚ ਹੋਈਆਂ ਸੀ ਜੀ। ਠੀਕ ਹੈ, ਫਸਟ ਪੋਜੀਸ਼ਨ, ਫਸਟ ਮੈਡਲ ਜਿਹੜੇ ਸਭ ਤੋਂ ਵੱਧ ਕਿੰਨੇ ਹਾਸਲ ਕੀਤੇ ਸੀ ਤੇ USA ਨੇ ਹੀ ਹਾਸਲ ਕੀਤੇ ਸੀਗੇ, ਓਬਵੀਅਸਲੀ ਉਹੀ ਕਰੇਗਾ। ਠੀਕ ਹੈ, ਇੰਡੀਆ ਦੀ ਗੱਲ ਕਰੀਏ ਇਹਦੇ ਵਿੱਚ ਤਾਂ ਇੰਡੀਆ ਨੇ ਇਹਦੇ ਵਿੱਚ ਕੀ ਕਾਰਨਾਮਾ ਕੀਤਾ ਜੀ। ਇੰਡੀਆ ਨੇ ਸਿਰਫ ਇੱਕ ਮੈਡਲ ਜਿੱਤਿਆ, ਇੱਕ ਮੈਡਲ ਜਿੱਤਿਆ। ਕਿਹੜਾ ਮੈਡਲ ਜਿੱਤਿਆ ਜੀ, ਸਿਲਵਰ ਮੈਡਲ ਜਿੱਤਿਆ, ਚਾਂਦੀ ਦਾ ਮੈਡਲ ਜਿੱਤਿਆ ਜੀ। ਕਿਸ ਨੇ ਜਿੱਤਿਆ, ਉਹੀ ਆਪਣਾ ਇੱਕ ਮਸ਼ਹੂਰ ਨੀਰਜ ਚੋਪੜਾ। ਕਿਸ ਗੇਮ ਦੇ ਵਿੱਚ ਹੈ ਤੇ ਤੁਸੀਂ ਨੋਟ ਕਰ ਲੈਣਾ, ਜੈਵਲਿਨ ਥਰੋ ਦੇ ਵਿੱਚ ਜਿੱਤਿਆ ਹੈਗਾ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤਿਆ ਹੈਗਾ। ਪੁੱਛ ਲਿਆ ਜਾਵੇ ਜੈਵਲਿਨ ਥਰੋ ਦੇ ਵਿੱਚ ਗੋਲਡ ਕਿਸ ਨੇ ਜਿੱਤਿਆ ਸੀਗਾ, ਇਹ ਤੁਸੀਂ ਨੋਟ ਕਰ ਲਓ, ਐਂਡਰਸਨ ਨੇ ਜਿਹੜਾ ਹੈਗਾ ਇਸ ਵਿੱਚ ਗੋਲਡ ਮੈਡਲ ਜਿੱਤਿਆ ਸੀਗਾ। ਠੀਕ ਹੈ, ਵਰਲਡ ਐਥਲੈਟਿਕ ਚੈਂਪੀਅਨਸ਼ਿਪ 2022 USA ਦੇ ਵਿੱਚ ਹੋਈਆਂ ਸੀਗੀਆਂ। ਇੰਡੀਆ ਨੇ ਜਿਹੜਾ ਸਿਰਫ ਇੱਕ ਮੈਡਲ ਜਿੱਤਿਆ, ਸਿਲਵਰ ਮੈਡਲ ਇਸ ਦੇ ਵਿੱਚ ਪ੍ਰਾਪਤ ਕੀਤਾ। ਚਲੋ ਟੋਕੀਓ ਓਲੰਪਿਕਸ ਦੀ ਗੱਲ ਕਰੀਏ, 2021 ਦੇ ਵਿੱਚ ਹੋਈਆਂ ਸੀ ਟੋਕੀਓ ਓਲੰਪਿਕਸ। ਠੀਕ ਹੈ, ਇੰਡੀਆ ਦੀ ਇਹਦੇ ਵਿੱਚ ਰੈਂਕ ਕਰੀਏ, ਇੰਡੀਆ ਦੀ ਜੋ ਰੈਂਕ ਰਹੀ ਸੀ ਇਹਦੇ ਵਿੱਚ 48th ਰੈਂਕ ਰਹੀ ਸੀਗੀ। ਠੀਕ ਹੈ, 1 + 2 + 7 4 + 7। ਇੱਕ ਇੰਡੀਆ ਨੇ ਇਹਦੇ ਵਿੱਚ 골ਡ ਮੈਡਲ, 2 ਸਿਲਵਰ ਮੈਡਲ ਐਂਡ 4 ਬ੍ਰੌਂਜ ਮੈਡਲ ਜਿੱਤ ਕੇ ਟੋਟਲ 7 ਜਿਹੜੇ ਹੈਗੇ ਨੇ ਉਹ ਮੈਡਲ ਪ੍ਰਾਪਤ ਕੀਤੇ ਸੀਗੇ। ਠੀਕ ਹੈ, ਹਾਕੀ ਟੀਮ ਨੇ, ਮੈਨ ਹਾਕੀ ਟੀਮ ਨੇ ਇਹਦੇ ਵਿੱਚ ਕਿਹੜਾ ਮੈਡਲ ਜਿੱਤਿਆ ਸੀ ਪੁੱਛ ਲਿਆ ਜਾਵੇ ਤਾਂ ਬ੍ਰੌਂਜ ਮੈਡਲ ਜਿਹੜਾ ਹੈ ਜਿੱਤਿਆ ਸੀ। ਠੀਕ ਹੈ ਜੀ, ਨੀਰਜ ਚੋਪੜਾ ਨੇ ਕਿਹੜਾ ਮੈਡਲ ਜਿੱਤਿਆ ਇਸ ਵਿੱਚ ਤਾਂ ਉਹਨਾਂ ਨੇ 골ਡ ਮੈਡਲ ਜਿੱਤਿਆ ਸੀ ਇਹਦੇ ਵਿੱਚ। ਕਿਸ ਗੇਮ ਦੇ ਵਿੱਚ, ਜੈਵਲਿਨ ਥਰੋ ਦੇ ਵਿੱਚ। ਕਿੰਨੀ ਤਰੀਕ ਨੂੰ ਜਿੱਤਿਆ ਸੀ, 7 ਅਗਸਤ 2021 ਨੂੰ ਜਿੱਤਿਆ ਸੀ। ਇਸੇ ਕਰਕੇ 7 ਅਗਸਤ ਤੋਂ ਹੀ ਜੈਵਲਿਨ ਜਿਹੜਾ ਹੈਗਾ ਡੇ ਉਹ ਮਨਾਇਆ ਜਾਣ ਲੱਗਿਆ। ਤੁਸੀਂ ਨੋਟ ਕਰ ਲਓ, ਜੈਵਲਿਨ ਜਿਹੜਾ ਡੇ ਹੈਗਾ ਉਹ ਮਨਾਇਆ ਜਾਂਦਾ। ਬਾਲਾ ਫੇਕ ਜਿਹੜਾ ਡੇ ਹੈ ਉਹ 7 ਅਗਸਤ 2021 ਤੋਂ ਮਨਾਇਆ ਜਾਂਦਾ। ਇਸੇ ਕਰਕੇ ਮਨਾਇਆ ਜਾਂਦਾ ਕਿਉਂਕਿ ਨੀਰਜ ਚੋਪੜਾ ਜਿਹੜੇ ਆਪਣੇ ਹੈਗੇ ਨੇ ਜੈਵਲਿਨ ਥਰੋ ਹੈਗੇ ਨੇ, ਉਹਨਾਂ ਨੇ 7 ਅਗਸਤ ਨੂੰ 골ਡ ਮੈਡਲ ਟੋਕੀਓ ਓਲੰਪਿਕਸ ਦੇ ਵਿੱਚ ਜਿੱਤਿਆ ਸੀਗਾ। ਠੀਕ ਹੈ ਜੀ,
ਅੱਗੇ ਥੋੜ੍ਹੇ ਜਿਹੇ ਕੱਪ ਨੇ ਆਪਾਂ ਇਹ ਵੀ ਧਿਆਨ ਦੇ ਵਿੱਚ ਰੱਖਣੇ, ਬਹੁਤ ਇੰਪੋਰਟੈਂਟ ਨੇ ਪੇਪਰ ਦੇ ਵਿੱਚ। ਇਹਨਾਂ ਵਿੱਚੋਂ ਇੱਕ ਅੱਧਾ ਕੱਪ ਜਿਹੜਾ ਹੈਗਾ ਕੋਈ ਨਾ ਕੋਈ ਪੁੱਛ ਲਿਆ ਜਾਂਦਾ ਹੈਗਾ। ਜਿਵੇਂ ਆਪਾਂ ਅਜ਼ਲਾਨ ਸ਼ਾਹ ਕੱਪ ਕੀਤਾ ਹੈ, ਉਹ ਹਾਕੀ ਨਾਲ ਸੰਬੰਧਿਤ ਹਾਕੀ ਨਾਲ ਸੰਬੰਧਿਤ ਹੈ। ਉਸੇ ਤਰ੍ਹਾਂ ਡੇਵਿਸ ਕੱਪ ਦੀ ਗੱਲ ਕਰੀਏ ਤਾਂ ਇਹ ਟੈਨਿਸ ਨਾਲ ਸੰਬੰਧਿਤ ਹੈ ਜੀ। ਰਾਈਡਰ ਕੱਪ ਦੀ ਗੱਲ ਕਰੀਏ ਗੋਲਫ ਆ ਜਾਏਗਾ, ਠੀਕ ਹੈ। ਥੋਮਸ ਕੱਪ ਬਹੁਤ ਇੰਪੋਰਟੈਂਟ ਹੈ ਜੀ, ਬੈਡਮਿੰਟਨ ਨਾਲ ਸੰਬੰਧਿਤ ਹੈ, ਠੀਕ ਹੈ। ਵਿਬਲਡਨ ਕੱਪ, ਜੋ ਵਿਬਲਡਨ ਟਰੋਫੀ ਆਪਣੇ ਕੋਲ ਹੈਗੀ ਹੈ, ਇਸ ਦਾ ਸੰਬੰਧ ਹੈਗਾ ਟੈਨਿਸ ਦੇ ਨਾਲ। ਓਵਰ ਕੱਪ ਦੀ ਗੱਲ ਕਰੀਏ ਤਾਂ ਇਸ ਦਾ ਸੰਬੰਧ ਹੈਗਾ ਅਗੇਨ ਬੈਡਮਿੰਟਨ ਦੇ ਨਾਲ, ਠੀਕ ਹੈ। ਡੂਰੈਂਟ ਕੱਪ, ਇਹਦਾ ਸੰਬੰਧ ਹੈਗਾ ਫੁੱਟਬਾਲ ਦੇ ਨਾਲ, ਇਸ ਦਾ ਸੰਬੰਧ ਹੈਗਾ। ਡੇਵਿਸ ਕੱਪ ਟੈਨਿਸ, ਰਾਈਡਰ ਕੱਪ ਗੋਲਫ, ਥੋਮਸ ਕੱਪ ਬੈਡਮਿੰਟਨ, ਵਿਮਲਡਨ ਕੱਪ ਜਿਹੜਾ ਹੈਗਾ ਉਹ ਟੈਨਿਸ, ਓਵਰ ਕੱਪ ਬੈਡਮਿੰਟਨ ਐਂਡ ਡੂਰੈਂਟ ਕੱਪ ਫੁੱਟਬਾਲ। ਚਲੋ ਅੱਗੇ ਵਧਦੇ ਹਾਂ ਜੀ। ਹਾਲ ਹੀ ਵਿੱਚ ਚਰਚਾ 'ਚ ਰਹੀ ਗਾਰਦਾ ਝੀਲ ਕਿੱਥੇ ਸਥਿਤ ਹੈ? ਵੇਅਰ ਇਜ਼ ਅ ਰੀਸੈਂਟਲੀ ਡਿਸਕਸਡ ਗਾਰਦਾ ਲੇਕ ਸਿਚੁਏਟਡ। ਜਿਹੜੇ ਆਪਣੇ ਪੌਣ ਪਾਣੀ ਹੁੰਦੇ ਨੇ, ਠੀਕ ਹੈ, ਨਦੀਆਂ ਹੋ ਗਈਆਂ, ਤਲਾਬ ਹੋ ਗਏ, ਝੀਲਾਂ ਹੋ ਗਈਆਂ, ਇਹ ਉਹਦੇ ਡਿਸਕਸ ਦੇ ਵਿੱਚ ਆਉਂਦੀਆਂ। ਜਾਂ ਤਾਂ ਇਹਨਾਂ ਵਿੱਚ ਹੜ੍ਹ ਆ ਜੇ, ਠੀਕ ਹੈ, ਪਾਣੀ ਦੀ ਮਾਤਰਾ ਵੱਧ ਜੇ, ਜਾਂ ਇਹਨਾਂ ਵਿੱਚ ਸੋਕਾ ਆ ਜੇ। ਤੇ ਜਿਹੜੀ ਇਟਲੀ ਦੇ ਵਿੱਚ ਸਥਿਤ ਹੈ ਜੀ ਗਾਰਦਾ ਲੇਕ, ਸਭ ਤੋਂ ਪਹਿਲਾਂ ਤੁਸੀਂ ਨੋਟ ਕਰ ਲੈਣਾ। ਤੇ ਕਿਸ ਕਰਕੇ ਚਰਚਾ 'ਚ ਰਹੀ ਹੈ? ਇਹਦੇ ਵਿੱਚ ਸੁੱਕਣਾ ਸ਼ੁਰੂ ਹੋ ਗਿਆ ਜੀ, ਸੋਕਾ ਆ ਗਿਆ ਜੀ ਇਹਦੇ ਵਿੱਚ, ਠੀਕ ਹੈ। ਸੋਕਾ ਕਿਉਂ ਆਇਆ, ਕੀ ਕਾਰਨ ਸੀ, ਉਹ ਡਿਸਕਸ ਕਰਦੇ ਹਾਂ ਆਪਾਂ। ਇਟਲੀ ਦੀ ਇੱਕ ਨਦੀ ਹੈ ਜੀ ਜਿਸ ਨੂੰ ਕਿਹਾ ਜਾਂਦਾ ਪੋ ਰਿਵਰ। ਪੋ ਰਿਵਰ ਨੂੰ ਇਟਲੀ ਦੀ ਗੰਗਾ ਵੀ ਕਿਹਾ ਜਾਂਦਾ ਜੀ, ਇਟਲੀ ਦੀ ਗੰਗਾ। ਆਪਣੇ ਗੰਗਾ ਜਿਹੜੀ ਨਦੀ ਹੈ ਉਹ ਬਹੁਤ ਸਾਰੀ ਖੇਤੀ ਨੂੰ ਲੈ ਕੇ ਚੱਲਦੀ ਹੈ। ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਠੀਕ ਹੈ, ਪੰਜਾਬ ਦੀ ਗੱਲ ਕਰੀਏ, ਜਾਂ ਨੀਚੇ ਬਿਹਾਰ ਦੀ ਗੱਲ ਕਰੀਏ, ਤਾਂ ਇਹ ਜਿਹੜੀ ਖੇਤੀ ਹੈ ਸਿਰਫ ਗੰਗਾ ਰਿਵਰ ਦੇ ਉੱਤੇ ਨਿਰਭਰ ਕਰਦੀ ਹੈ। ਇਸੇ ਤਰ੍ਹਾਂ ਇਟਲੀ ਦੀ ਗੰਗਾ ਨੂੰ ਕਿਹਾ ਜਾਂਦਾ ਹੈ ਪੋ ਰਿਵਰ ਕਿਹਾ ਜਾਂਦਾ ਆਪਣੇ ਕੋਲੇ, ਠੀਕ ਹੈ ਜੀ। ਪੋ ਰਿਵਰ ਕਿਹਾ ਜਾਂਦਾ, ਇਟਲੀ ਦੀ ਗੰਗਾ ਨੂੰ ਕਿਹਾ ਜਾਂਦਾ। ਤਾਂ ਜਿਹੜੀ ਇਟਲੀ ਦੀ ਖੇਤੀ ਹੈ ਉਹ ਮੈਕਸਿਮਮ ਡਿਪੈਂਡ ਕਰਦੀ ਹੈ ਪੋ ਰਿਵਰ ਦੇ ਉੱਤੇ। ਤਾਂ ਪੋ ਰਿਵਰ ਦੇ ਵਿੱਚ ਪਾਣੀ ਦੀ ਜਿਹੜਾ ਲੈਵਲ ਹੈ ਉਹ ਡਾਊਨ ਹੋ ਰਿਹਾ ਸੀਗਾ, ਠੀਕ ਹੈ, ਖੇਤੀ ਅਫੈਕਟ ਹੋ ਰਹੀ ਸੀ। ਇਸ ਕਰਕੇ ਕੀ ਕੀਤਾ, ਜੋ ਆਪਣੇ ਕੋਲੇ ਗਾਰਦਾ ਲੇਕ ਹੈ, ਠੀਕ ਹੈ, ਗਾਰਦਾ ਲੇਕ ਦਾ ਪਾਣੀ ਜਿਹੜਾ ਹੈਗਾ ਉਹ ਪੋ ਰਿਵਰ ਦੇ ਵਿੱਚ ਪਾਉਣਾ ਸ਼ੁਰੂ ਕਰਤਾ। ਗਾਰਦਾ ਲੇਕ ਦਾ ਜੋ ਪਾਣੀ ਹੈ ਉਹ ਪੋ ਰਿਵਰ ਦੇ ਵਿੱਚ ਪਾਉਣਾ ਸ਼ੁਰੂ ਕਰਤਾ, ਤਾਂ ਜੋ ਉੱਥੋਂ ਦੀ ਖੇਤੀ ਹੈ ਉਹ ਡਿਸਟਰਬ ਨਾ ਹੋਵੇ, ਉਹ ਪ੍ਰਭਾਵਿਤ ਨਾ ਹੋਵੇ। ਚਲੋ ਇਟਲੀ ਦੀ ਗੱਲ ਕਰੀਏ। ਇਟਲੀ ਦੀ ਕੈਪੀਟਲ ਜਿਹੜੀ ਹੋ ਜਾਏਗੀ ਉਸ ਦਾ ਨਾਮ ਕੀ ਹੈ? ਰੋਮ ਹੋ ਜਾਏਗੀ ਇਟਲੀ ਦੀ ਕੈਪੀਟਲ। ਰੋਮ ਕਿਸ ਨਦੀ ਦੇ ਉੱਤੇ ਸਥਿਤ ਹੈ, ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਇਹ ਤੁਸੀਂ ਨੋਟ ਕਰ ਲੈਣਾ। ਇਹ ਹੈਗਾ ਟਾਈਬਰ ਨਦੀ ਦੇ ਜਿਹੜਾ ਕਿਨਾਰੇ ਸਥਿਤ ਹੈ ਰੋਮ ਸ਼ਹਿਰ ਜਿਹੜਾ ਹੈਗਾ। ਕੁਐਸਚਨ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। FAO ਦੀ ਗੱਲ ਕਰ ਲਈਏ ਜੇ ਆਪਾਂ, FAO ਕੀ ਫੁੱਲ ਫਾਰਮ ਹੈ ਜੀ? ਫੂਡ ਐਂਡ ਐਗਰੀਕਲਚਰ ऑर्गेनाइजेशन। फूड एंड एग्रीकल्चर ऑर्गेनाइजेशन FAO। इसका मुख्यालय कितने स्थित है जी? इसका मुख्यालय भी रोम दे विच स्थित है, ठीक है। इसकी स्थापना कदों हुई सी? स्थापना पुछ ली जाए तो इसकी स्थापना हुई सी 16 अक्तूबर 1945 दे विच हुई सी। इसे करके ही 16 अक्तूबर नूं की मनाया जाता है? वर्ल्ड फूड डे जिहड़ा हैगा सैलीब्रेट किया जाता है 16 अक्तूबर वाले दिन। क्यों किया जाता है? क्योंकि फूड एंड एग्रीकल्चर ऑर्गेनाइजेशन जिसका मुख्यालय रोम दे विच है उसकी स्थापना 16 अक्तूबर 1945 में हुई सी। इसे करके 16 अक्तूबर को वर्ल्ड फूड डे वो सैलीब्रेट किया जाता है, मनाया जाता है। चलो अगे लेक की गल आई तो आप झीलां निबेड़दे जी। संसार दी सब तो वड्डी ते भारत की सब तो वड्डी की गल करते हैं। संसार की सब तो वड्डी झील का की नाम है जां किहड़ी है? तो इसका आंसर हो जाएगा अपने कोले कैस्पीयन सी। कैस्पीयन सी जिहड़ा हैगा संसार की सब तो वड्डी झील है। क्वेश्चन आ जाता भी कैस्पीयन सी के जिहड़े बॉर्डर है वो किन्ना किन्ना देशों नाल टच होंदे ने। तो इसकी एक ट्रिक है जी, तुसीं याद रखनी है। कृति दे नाल KRATI कृति दे नाल तुसीं इसनूं याद रखनी है। के ते गल करिए तो कजाकिस्तान, के ते कजाकिस्तान है। आर ते गल करिए तो रशिया। ए ते आ गया अपने कोले अजरबैजान। टी ते तुर्कमेनिस्तान एंड आई ते आ गया अपने कोले ईरान। ठीक है जी। कैस्पियन सागर जिहड़ा हैगा संसार की सब तो वड्डी झील है। बॉर्डर किन्हां नाल लगदे ने? कजाकिस्तान, रशिया, अजरबैजान, तुर्कमेनिस्तान ते ईरान। ट्रिक मैं तुहानूं दसदी है, कृति दे नाल तुसीं इसनूं याद कर सकते हैं। ठीक है जी। नैक्सट आ तुहाडे कोल दित्ता होया अपने कोल कैस्पियन सागर है। ठीक है, इसके बॉर्डर लगदे ने तुर्कमेनिस्तान दे नाल हो गया, रशिया दे नाल हो गया, कजाकिस्तान हो गया, अजरबैजान है,
एंड ईरान के नाल अपने को इसके बॉर्डर लग रहे हैं। वर्ल्ड्स लार्जेस्ट फ्रैश वाटर लेक, ਆਪਾਂ ਪਿੱਛੇ ਕਰਕੇ ਆਏ ਸੰਸਾਰ ਦੀ ਸਭ ਤੋਂ ਵੱਡੀ ਝੀਲ, ਪਰ ਜੇ ਪੁੱਛ ਲਿਆ ਜਾਵੇ ਸੰਸਾਰ ਦੀ ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ, ਤਾਂ ਇਸ ਦਾ ਆਨਸਰ ਹੋ ਜਾਏਗਾ ਆਪਣੇ ਕੋਲੇ ਲੇਕ ਸੁਪੀਰੀਅਰ। ਕੀ ਆਨਸਰ ਹੋ ਜਾਏਗਾ ਆਪਣੇ ਕੋਲੇ ਲੇਕ ਸੁਪੀਰੀਅਰ, ਇਸ ਦਾ ਸਹੀ ਆਨਸਰ ਹੋ ਜਾਏਗਾ। ठीक है, लेक सुपीरियर कितने स्थित है, तो ये नॉर्थ अमेरिका दे विच स्थित है। 5 ग्रेट लेक्स दे विचों जिहड़ी एक है उसका नाम की है लेक सुपीरियर। 5 ग्रेट लेक्स जिवें अपने को अगे क्वेश्चन आएगा उस दिन आप डिस्कस कर लांगे भी 5 जिहड़ियां ग्रेट लेक्स है उन्हां दा की नाम ने, किहड़ियां ने, तो उन्हां विचों एक जिहड़ी हैगी किहड़ी है लेक सुपीरियर है, जिहड़ी संसार दी ताजे पानी दी सब तो वड्डी झील है। संसार की सब तो गहरी झील किहड़ी है, सब तो डूंगी की गल करिए किहड़ी है, तो उसका नाम हैगा लेक बैकाल, जां कह लो बैकाल लेक जिहड़ी हैगी है वो सब तो डूंगी है। कित्थे स्थित है जी, रशिया दे विच स्थित है जी। ठीक है, रूस कह लो, रशिया कह लो। इंडियाज लार्जेस्ट लेक, हुण भारत की सब तो वड्डी झील की गल करिए। ठीक है, भारत की सब तो वड्डी कह लो, लॉन्गेस्ट भी कह लो, लॉन्गेस्ट सब तो लंबी ते वड्डी की गल करिए तो ये किहड़ी हैगी है वेबानाड लेक हैगी है जी। किहड़ी है जी, वेबानाड लेक हैगी है। कित्थे स्थित है जी, केरल दे विच स्थित है जी। ठीक है जी, इंडियाज लार्जेस्ट फ्रैश वाटर लेक, भारत की ताजे पानी की सब तो वड्डी झील किहड़ी है, ताजे पानी की गल आएगी तो यह हैगी है जी वूलर लेक। किहड़ी है, वूलर लेक है जी। कित्थे स्थित है, जम्मू एंड कश्मीर दे विच स्थित है वूलर लेक। इंडियाज लार्जेस्ट सलाइन वाटर लेक, भारत की सब तो वड्डी खारे पानी की झील किहड़ी है, तो इसका सही आंसर हो जाएगा सांबर लेक। सांबर लेक कित्थे स्थित है जी, राजस्थान दे विच स्थित है। इंडियाज लार्जेस्ट ब्रैकिश वाटर लेक, ब्रैकिश वाटर जो पानी बैक आ जाता है, कई बार की हुंदा समुद्र का पानी बैक आके किसी जगह ते इकट्ठा हो जाता है, तो जिथे इकट्ठा होता है उत्थे एक लेक बन जाती है, तो वो इंडिया की सब तो वड्डी लेक किहड़ी है, तो उसका नाम नोट करो चिल्का लेक है जी। चिल्का लेक कित्थे स्थित है, ओडिशा दे विच स्थित है। चिल्का लेक इंडियाज लार्जेस्ट ब्रैकिश वाटर लेक है। चलो अगले क्वेश्चन वाल बढ़ते हैं। पालन 1000 राष्ट्रीय मुहिम की शुरुआत की गई। पालन 1000 नेशनल कैंपेन लॉन्च्ड ऑन। पालन 1000 एक ही है राष्ट्रीय मुहिम है, नोट करो जी इसके बारे। पालन 1000 की खासियत है, क्यों लॉन्च किया गया है, डिस्कस करते हैं। इसकी खासियत यह है कि 0 तो लैके 2 साल के जोड़े बच्चे है उन्होंने वास्ते सहाई होएगा। ठीक है, उन्होंने की डाइट चाहिए है, उन्होंने पालन पोषण किमें करना, की टीकाकरण होना चाहिए, उसके बारे जी सारी जानकारी है वो पालन 1000 द्वारा आपको दी जाएगी। ठीक है, ये 1000 दिन चलूगा जी, ये जो मिशन है ये 1000 दिन चलेगा, इसे करके इसका नाम किया पालन 1000 रखा गया। ठीक है, इसका उद्देश्य की है, चाइल्ड मोर्टिलिटी को कम करना, चाइल्ड मोर्टिलिटी को घट करना। चाइल्ड मोर्टिलिटी की होंगे, बच्चों को पिछले कई सालों तो वेख्या जा रहा है कि बच्चे जोड़े है अपनी छोटी उम्र के आपका दम तोड़ जाते हैं, ਜਾਂ छेती ही उन्होंने डैथ हो जाती है, तो उसका की कारण है, डाइट कारण है। ठीक है, फीड उसका कारण है, उसका टीकाकरण ना होना उसका कारण है, ਜਾਂ कोई बीमारी का कारण है, तो उसके वास्ते एक मिशन लॉन्च किया गया पालन 1000 ਤਾਂ जो जी चाइल्ड मोर्टिलिटी को घट किया जा सके। ठीक है, इसकी शुरुआत कदों हुई सी, तो 16 अगस्त को जी हैगी इसकी शुरुआत की गई सी। इस दे विच एक ऐप भी जी हैगी है वो अपने को दी गई है, जिस दे उत्ते की है घर बैठे पेरेंट्स जो है ने वो वेख सकते हैं कि बच्चे को किहड़ा डाइट देना है, किहड़ा उसनू टीकाकरण करवाना है, जां उसकी किवें देखभाल सही तरीके नाल की जा सकती है। तो ऐप भी इस दे नाल जिहड़ी एक अपने को पेश की गई है पालन 1000 दे विच। आयुष्मान भारत योजना, आयुष्मान जिहड़ी भारत योजना एक हैल्थ योजना है। ठीक है जी, कदों लॉन्च की गई, अक्तूबर जिहड़ी हैगी अपने को आयुष्मान जिहड़ी भारत योजना हैगी है ये 2018 ਦੇ ਵਿੱਚ ਲਾਂਚ ਕੀਤੀ ਗਈ ਸੀਗੀ। ਕਿੱਥੋਂ ਲਾਂਚ ਕੀਤੀ ਗਈ ਹੈ, ਰਾਂਚੀ ਤੋਂ ਲਾਂਚ ਕੀਤੀ ਗਈ ਹੈ। ਰਾਂਚੀ ਕਾਹਦੀ ਰਾਜਧਾਨੀ ਹੈ, ਝਾਰਖੰਡ ਦੀ ਰਾਜਧਾਨੀ ਹੈ ਰਾਂਚੀ। ਰਾਂਚੀ ਤੋਂ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ। ਸਕੀਮ ਇਹਦੇ ਵਿੱਚ ਕੀ ਹੈ ਵੀ 5 ਲੱਖ ਰੁਪਏ ਜਿਹੜੇ ਹੈਗੇ ਆ ਪਰ ਫੈਮਿਲੀ, ਹਰ ਇੱਕ ਫੈਮਿਲੀ ਨੂੰ 5 ਲੱਖ ਰੁਪਏ ਮਿਲਣਗੇ। ਠੀਕ ਹੈ, ਪਰ ਐਨਮ ਹਰ ਇੱਕ ਸਾਲ ਮਿਲਣਗੇ, 5 ਲੱਖ ਰੁਪਏ ਮਿਲਣਗੇ हर एक साल मिलणगे। ठीक है, आयुष्मान भारत योजना अक्तूबर 2018 ਦੇ ਵਿੱਚ शुरुआत ਹੁੰਦੀ ਹੈ। ਰਾਂਚੀ ਝਾਰਖੰਡ ਦੇ ਵਿੱਚ शुरुआत हुई सी 5 ਲੱਖ ਰੁਪਏ पर फैमिली हर एक साल ਜਿਹੜੇ ਹੈਗੇ ਨੇ ਦਿੱਤੇ ਜਾਂਦੇ ਨੇ।
चिरंजीवी योजना की गल करिए तो जो चिरंजीवी योजना हैगी है ये राजस्थान के स्थित योजना हैगी है जी। अपने को राजस्थान की सब तो वड्डी हैल्थ इंश्योरेंस योजना है जी। ये हैल्थ का इंश्योरेंस दिता जाता है। किहड़ी योजना है? चिरंजीवी योजना। राजस्थान की सब तो वड्डी हैल्थ इंश्योरेंस जो अपने को योजना हैगी है वो किहड़ी हैगी है? चिरंजीवी योजना। इंद्रधनुष योजना। इंद्रधनुष योजना का जिहड़ा संबंध है वो टीकाकरण नाल है जी। ठीक है, 0 तो लैके 5 साल के जो बच्चे है उन्होंने टीकाकरण करना है। ठीक है, उन्होंने जिहड़ा जिवें अपने पोलियो के टीके लगते होंदे सी मोढे दे विच लवाउण तो आपां डरदे हुंदे सी तो वो टीकाकरण जिहड़ा हैगा इंद्रधनुष योजना के अंडर आउंदा। तो सारे बच्चों को टीकाकरण जिहड़ा हैगा इसका मुख मकसद हैगा। कदों शुरू होया सीगा ते तुसीं नोट कर लेना, अक्तूबर 2014 तो इस जिहड़ी हैगी आ शुरुआत हुई सी। आंचल योजना। आंचल योजना भी राजस्थान की योजना है जी। ठीक है, राजस्थान हैल्थ के मामले बहुत अगे है जी। ठीक है, होर आपां किसी स्टेट की योजना बहुत घट वेखांगे। राजस्थान की आप 2 पढ़ चुके हैं, चिरंजीवी योजना, आंचल योजना। आंचल योजना राजस्थान की एक योजना है जो किस वास्ते है? गर्भवती महिलावां वास्ते है जी। गर्भवती जो गर्भवती है वूमेंस है उन्होंने वास्ते जिहड़ा हैगा अपने कोले आंचल योजना राजस्थान की एक योजना है। चलो नेक्स्ट क्वेश्चन वाल बढ़ते हैं। रक्षा मंत्री राजनाथ सिंह, राजस्थान आप पिछे पढ़ के आए, राजस्थान ही आ गया चलो कोई गल नहीं। रक्षा मंत्री राजनाथ सिंह ने वीर दुगादास राठौर की मूर्ति का उद्घाटन कित्थे कीता? डिफेंस मिनिस्टर राजनाथ सिंह हैज़ लॉन्च्ड द स्टैचू ऑफ वीर दुगादास राठौर एट। इन्हां दा जिहड़ा उद्घाटन है वो कित्थे कीता? ठीक है जी, नाम की आपां लिया वीर दुर्गादास। इन्हां दा स्टैचू लॉन्च किया गया जी किने द्वारा? डिफेंस मिनिस्टर राजनाथ सिंह जी द्वारा इन्हां दा जो स्टैचू है लॉन्च किया गया। कित्थे लॉन्च किया गया पुछ लिया जाए तो जोधपुर दे विच लॉन्च किया गया जी। जोधपुर कित्थे स्थित है? राजस्थान दे विच स्थित है। ठीक है, राजस्थान दे विच स्थित है जोधपुर। हाइट पुछ ली जाए इसकी कितनी सी तो 12 फीट इसकी हाइट सीगी। ठीक है, वीर दुर्गादास जी का ही क्यों उत्थे स्टैचू बनाया गया? क्योंकि वीर दुर्गादास जिहड़े हैगे ने वो राजपूत जिहड़े घराणे नाल संबंध रखते हैं। राजपूत राठौर जिहड़े हैगे ने घराणे नाल संबंध रखते हैं। ठीक है, जो राजपूत राठौर जिहड़ा घराना सी वो खत्म होने के कंगार ते सीगा तो वीर दुर्गादास ने उसनूं बहाल किया सी, उसनूं बचाया सीगा। तो वीर दुर्गादास एक खास महत्व रखते हैं। राजपूत राठौर दे उत्थे जो भी रहिंदे ने उन्हां दे विच उन्हां दे एक वक्री पहचान हैगी है। तो उन्हां दा जिहड़ा एक स्टैचू है वो लॉन्च किया गया कित्थे? जोधपुर राजस्थान दे विच लॉन्च किया गया। किहनां द्वारा किया गया? राजनाथ सिंह डिफेंस मिनिस्टर जिहड़े हैगे ने उन्हां द्वारा लॉन्च किया गया। तो इसका सही उत्तर हो जाएगा ए, राजस्थान दे विच लॉन्च किया गया। हाइट पुछ ली जाए इसकी कितनी है तो 12 फीट इसकी हाइट है। चलो नेक्स्ट, स्टैचू ऑफ यूनिटी। ठीक है, स्टैचू ऑफ यूनिटी कित्थे स्थित है जी? गुजरात दे विच स्थित है। ठीक है, गुजरात दे विच स्थित है स्टैचू ऑफ यूनिटी। किहड़े द्वीप दे उत्ते स्थित है पुछ लिया जाए तो केवड़िया। केवड़िया जिहड़ा हैगा केवड़िया द्वीप जां कह लो आईलैंड जिहड़े हैगे उस ते स्थित है स्टैचू ऑफ यूनिटी। हाइट पुछ ली जाए तो 182 मीटर इसकी हाइट है। किस नदी ते स्थित है? नर्मदा रिवर के उत्ते स्थित है स्टैचू ऑफ यूनिटी। ये भी पता होना चाहिए किन्ना दा स्टैचू है, कई ये भी नहीं जानकारी होंदी। तो यह हैगी है जी वल्लभ भाई पटेल दी जिहड़ा हैगा वो स्टैचू हैगा। वल्लभ भाई पटेल जी आप सरदार वल्लभ भाई पटेल भी कहते हैं। तो क्वेश्चन आ जाता है सरदार की उपाधि वल्लभ भाई पटेल जी को किसने दी सी? तो इन्होंने जी सरदार की उपाधि है वो दी सी महात्मा गांधी जी ने। सरदार की जी उपाधि है वो दी सी। ठीक है, नर्मदा रिवर चो बहुत सारे क्वेश्चन जोड़े है पेपरों के पूछे जाते हैं। बहुत इंपॉर्टेंट रिवर हैगी है, इस बारे थोड़ी चर्चा करांगे आपां। नर्मदा रिवर तो ये जी हैगी आ भारत की 5th लॉन्गेस्ट रिवर है। 5th सब तो लंबी के स्थान के गल की 5वां स्थान होंदा नर्मदा रिवर का। इहदे तो किहड़े डैम इतने इंपॉर्टेंट जो पेपर के पूछे जाते हैं तुसीं नोट कर लो। एक तो है जी सरदार सरोवर डैम। ठीक है, प्लस दूसरा डैम किहड़ा हैगा ओमकारेश्वर डैम। ओमकारेश्वर डैम ये दोवें डैम कित्थे स्थित ने? कित्थे स्थित ने? नर्मदा रिवर के उत्ते स्थित ने। ठीक है,
ਨਰਮਦਾ ਰਿਵਰ ਤੇ ਕਿਹੜਾ ਸ਼ਹਿਰ ਜਿਹੜਾ ਪ੍ਰਸਿੱਧ ਵਸਿਆ ਹੋਇਆ, ਇਹ ਤੁਸੀਂ ਨੋਟ ਕਰ ਲਓ, ਜਬਲਪੁਰ। ਜਬਲਪੁਰ ਜਿਹੜਾ ਸ਼ਹਿਰ ਹੈ ਨਰਮਦਾ ਰਿਵਰ ਦੇ ਉੱਤੇ ਕਿਨਾਰੇ ਵਸਿਆ ਹੋਇਆ। ਨਰਮਦਾ ਰਿਵਰ ਪੁੱਛਿਆ ਜਾਵੇ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਜਾਂਦੀ ਹੈ, ਤਾਂ ਅਮਰਕੰਟਕ ਦੀਆਂ ਪਹਾੜੀਆਂ ਤੋਂ ਸ਼ੁਰੂ ਹੁੰਦੀ ਹੈ। ਅਮਰਕੰਟਕ ਦੀਆਂ ਪਹਾੜੀਆਂ ਤੋਂ ਸ਼ੁਰੂ ਹੋ ਕੇ ਗਲਫ ਆਫ ਕੈਂਬੇ ਤੱਕ ਜਾਂਦੀ ਹੈ ਜੀ। ਕੁਐਸਚਨ ਬਹੁਤ ਵਾਰੀ ਪੁੱਛਿਆ ਗਿਆ ਹੈ। ਗਲਫ ਆਫ ਕੈਂਬੇ ਤੱਕ ਜਾਂਦੀ ਹੈ, ਜੋ ਕੀ ਹੈ ਅਰਬ ਸਾਗਰ ਦੇ ਵਿੱਚ, ਅਰਬ ਸੀ ਦੇ ਵਿੱਚ ਜਿਹੜਾ ਹੈਗਾ ਸਥਿਤ ਹੈਗਾ। ਠੀਕ ਹੈ, ਨਰਮਦਾ ਰਿਵਰ ਭਾਰਤ ਦੀ 5th ਲੌਂਗੈਸਟ ਰਿਵਰ ਹੈ। ਕਿਹੜੇ ਕਿਹੜੇ ਡੈਮ ਨੇ, ਸਰਦਾਰ ਸਰੋਵਰ ਡੈਮ, ਓਮਕਾਰੇਸ਼ਵਰ ਡੈਮ ਜਿਹੜੇ ਪ੍ਰਸਿੱਧ ਨੇ ਇਹਦੇ ਉੱਤੇ। ਜਬਲਪੁਰ ਜਿਹੜਾ ਹੈਗਾ ਨਰਮਦਾ ਰਿਵਰ ਦੇ ਕਿਨਾਰੇ ਵਸਿਆ ਹੋਇਆ। ਅਮਰਕੰਟਕ ਦੀਆਂ ਪਹਾੜੀਆਂ ਤੋਂ ਸ਼ੁਰੂ ਹੋ ਕੇ ਗਲਫ ਆਫ ਕੈਂਬੇ ਜੋ ਕਿ ਕਿੱਥੇ ਸਥਿਤ ਹੈ, ਅਰਬ ਸਾਗਰ ਦੇ ਵਿੱਚ ਸਥਿਤ ਹੈ, ਉੱਥੇ ਜਾ ਕੇ ਇਸਦਾ ਐਂਡ ਹੁੰਦਾ, ਸਮਾਪਤ ਹੁੰਦਾ। ਚਲੋ, ਸਟੈਚੂ ਆਫ ਨੌਲੇਜ, ਆ ਪਿਕਚਰ ਇੱਥੇ ਗਲਤ ਲੱਗੀ ਹੈ ਜਿਸ ਨੂੰ ਤੁਸੀਂ ਧਿਆਨ ਨਹੀਂ ਦੇਣਾ। ਠੀਕ ਹੈ, ਸਟੈਚੂ ਆਫ ਨੌਲੇਜ, ਸਟੈਚੂ ਆਫ ਨੌਲੇਜ ਜਿਹੜੀ ਕਿੱਥੇ ਸਥਿਤ ਹੈ ਪੁੱਛ ਲਿਆ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ। ਠੀਕ ਹੈ, ਕਦੋਂ ਇਹਦਾ ਉਦਘਾਟਨ ਹੋਇਆ ਸੀ ਤਾਂ 14 ਅਪ੍ਰੈਲ ਵਾਲੇ ਦਿਨ ਹੋਇਆ ਸੀਗਾ, 14 ਅਪ੍ਰੈਲ। ਠੀਕ ਹੈ, 14 ਅਪ੍ਰੈਲ ਨੂੰ ਕਿਉਂ ਹੋਇਆ ਸੀ, ਕਿਉਂਕਿ 14 ਅਪ੍ਰੈਲ ਨੂੰ ਡਾਕਟਰ BR ਅੰਬੇਡਕਰ ਜੀ ਦਾ ਬਰਥਡੇ ਹੁੰਦਾ ਜੀ, ਆਪਣੇ ਕੋਲ ਜਨਮ ਦਿਵਸ ਹੁੰਦਾ। ਠੀਕ ਹੈ, BR ਅੰਬੇਦਕਰ ਜੀ ਦੇ 131ਵੀਂ ਜਿਹੜੀ ਜਯੰਤੀ ਸੀਗੀ ਉਸ 'ਤੇ ਜਿਹੜਾ ਹੈਗਾ ਲਾਂਚ ਕੀਤਾ ਗਿਆ ਸੀਗਾ ਇਹਨਾਂ ਦਾ ਸਟੈਚੂ। ਹਾਂ, ਸਟੈਚੂ ਬਿਲਕੁਲ ਜੀ, ਕਿਹਨਾਂ ਦਾ ਸਟੈਚੂ ਹੈ ਇਹ, BR ਅੰਬੇਡਕਰ ਜੀ ਦਾ ਸਟੈਚੂ ਹੈ। ਇਸ ਦੀ ਹਾਈਟ ਪੁੱਛ ਲਈ ਜਾਵੇ ਕਿੰਨੀ ਹੈ ਤਾਂ ਇਸ ਦੀ ਹਾਈਟ ਹੈਗੀ ਹੈ ਜੀ 70 ਫੀਟ ਇਸ ਦੀ ਹਾਈਟ ਹੈ। ਮਹਾਰਾਸ਼ਟਰ ਦੇ ਵਿੱਚ ਸਥਿਤ ਹੈ। ਉਦਘਾਟਨ ਕਦੋਂ ਹੋਇਆ ਸੀਗਾ, 131ਵੀਂ ਜਿਹੜੀ ਜਯੰਤੀ ਮਨਾਈ ਗਈ ਸੀ ਡਾਕਟਰ BR ਅੰਬੇਦਕਰ ਜੀ ਦੀ, 14 ਅਪ੍ਰੈਲ ਨੂੰ ਇਹਦਾ ਲਾਂਚ ਕੀਤਾ ਗਿਆ ਸੀਗਾ। 14 ਅਪ੍ਰੈਲ ਨੂੰ ਹੀ ਕਿਉਂ, ਕਿਉਂਕਿ ਡਾਕਟਰ BR ਅੰਬੇਦਕਰ ਜੀ ਦਾ ਜਨਮ ਦਿਨ ਹੁੰਦਾ 14 ਅਪ੍ਰੈਲ ਨੂੰ, ਐਂਡ BR ਅੰਬੇਦਕਰ ਜੀ ਦਾ ਜਿਹੜਾ ਹੈਗਾ ਇਹ ਸਟੈਚੂ ਹੈਗਾ। ਠੀਕ ਹੈ, BR ਅੰਬੇਦਕਰ ਨੂੰ ਹੀ ਸਟੈਚੂ ਆਫ ਨੌਲੇਜ ਕਹਿ ਸਕਦੇ ਹਾਂ, ਹੋਰ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ, ਕਿ ਜਿਨ੍ਹਾਂ ਨੇ ਆਪਣਾ ਸੰਵਿਧਾਨ ਬਣਾਇਆ। ਠੀਕ ਹੈ, ਬਹੁਤ ਸਾਰੀ ਨੌਲੇਜ ਹੋ ਗਈ ਉਹਨਾਂ ਨੂੰ, ਇਸ ਕਰਕੇ ਇਹਨਾਂ ਨੂੰ ਨੌਲੇਜ ਜਿਹੜੀ ਉਪਾਧੀ ਨਾਲ ਨਵਾਜਿਆ ਗਿਆ। ਸਟੈਚੂ ਆਫ ਇਕੁਆਲਿਟੀ, ਸਮਾਨਤਾ ਦੀ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਇਹ ਕਿਹਨਾਂ ਦੀ ਸਟੈਚੂ ਹੈ ਜੀ, ਇਹ ਹੈਗੀ ਹੈ ਜੀ ਰਾਮਾਨੁਜਾਚਾਰਿਆ, ਰਾਮਾਨੁਜਾਚਾਰਿਆ ਦੀ ਸਟੈਚੂ। ਕਿਹਨਾਂ ਦਾ, ਰਾਮਾਨੁਜਾਚਾਰਿਆ ਦਾ ਸਟੈਚੂ ਹੈ। ਹਾਈਟ ਪੁੱਛ ਲਈ ਜਾਵੇ ਤਾਂ 216 ਫੀਟ ਇਸ ਦੀ ਹਾਈਟ ਹੈ। ਠੀਕ ਹੈ, ਇਸ ਦਾ ਤੁਸੀਂ ਨੋਟ ਕਰ ਲੈਣਾ, ਇਹ ਸੈਕਿੰਡ ਟਾਲੈਸਟ ਸਿਟਿੰਗ ਸਟੈਚੂ ਹੈ ਜੀ ਵਰਲਡ ਦੇ ਵਿੱਚ। ਠੀਕ ਹੈ, ਸੈਕਿੰਡ ਟਾਲੈਸਟ ਸਟੈਚੂ ਹੈਗਾ ਆਪਣੇ ਵਰਲਡ ਦੇ ਵਿੱਚ। ਸਿਟਿੰਗ ਸਟੈਚੂ ਹੈ, ਜੋ ਬੈਠਾ ਹੋਇਆ, ਆਪਣੇ ਜੋ ਸਟੈਚੂ ਰਾਮਾਨੁਜਾਚਾਰਿਆ ਜੀ ਇੱਥੇ ਬੈਠੇ ਹੋਏ ਨੇ, ਤਾਂ ਬੈਠਣ ਦੇ ਵਿੱਚ ਜਿਹੜੀ ਹੈਗੀ ਹੈ ਸੈਕਿੰਡ ਟਾਲੈਸਟ ਜਿਹੜੀ ਸਿਟਿੰਗ ਸਟੈਚੂ ਹੈਗੀ ਹੈ ਵਰਲਡ ਦੇ ਵਿੱਚ, ਸਟੈਚੂ ਆਫ ਇਕੁਆਲਿਟੀ। ਕਿੱਥੇ ਸਥਿਤ ਹੈ ਪੁੱਛ ਲਿਆ ਜਾਵੇ ਤਾਂ ਹੈਦਰਾਬਾਦ ਦੇ ਵਿੱਚ ਸਥਿਤ ਹੈ। ਹੈਦਰਾਬਾਦ ਕਿਹਦੀ ਰਾਜਧਾਨੀ ਹੈ, तेलंगाना की राजधानी। ठीक है, चलो अगले क्वेश्चन वाल बढ़ते हैं। सरकार ने पंजाब और हरियाणा हाई कोर्ट विच हाई कोर्ट के किन्ने जजां की नियुक्ति नूं नोटिफाई किया है। पंजाब और हरियाणा हाई कोर्ट, पंजाब और हरियाणा की इको हाई कोर्ट है, तुहानूं पता होना चाहिए। एंड पंजाब एंड हरियाणा की इको राजधानी है जिसका नाम है चंडीगढ़। तो ऑब्वियसली जो अपनी पंजाब और हरियाणा हाई कोर्ट है वो कित्थे स्थित है, चंडीगढ़ दे विच स्थित है। ਇੱਥੇ ਕਿੰਨੇ ਜੱਜਾਂ ਦੀ ਨਿਯੁਕਤੀ ਨੂੰ ਨੋਟੀਫਾਈ ਕੀਤਾ ਜਾਂ ਕਿੰਨੇ ਜੱਜ ਜਿਹੜੇ ਹੈਗੇ ਨੇ ਇੱਥੇ ਨਿਯੁਕਤ ਕੀਤੇ ਜਾਣਗੇ, ਤਾਂ ਇਸ ਦਾ ਸਹੀ ਅੰਤਰ ਹੋ ਜਾਊਗਾ ਜੀ 11 ਜੱਜ ਜਿਹੜੇ ਹੈਗੇ ਨੇ ਨਿਯੁਕਤ ਕੀਤੇ ਜਾਣਗੇ। ਪੰਜਾਬ ਹਰਿਆਣਾ ਕੋਰਟ ਦੇ ਵਿੱਚ ਜਿਹੜੇ ਕਿ 46 ਜੱਜ ਹੈਗੇ ਨੇ ਇਸ ਟਾਈਮ। ਨਾਲ ਹੀ ਇੱਕ ਖਬਰ ਆਈ ਹੈ ਕਿ ਇੱਥੇ ਵੈਕੈਂਸੀ ਪਈਆਂ ਨੇ ਜੀ, ਖਾਲੀ ਕਿੰਨੀਆਂ ਪਈਆਂ ਨੇ, 85 ਪਈਆਂ ਨੇ। ਵੇਖ ਲਓ, ਮੌਕਾ ਹੈ ਜੀ, ਜਾ ਸਕਦੇ ਹਾਂ ਆਪਾਂ ਇੱਥੇ, ਵੈਕੈਂਸੀਜ਼ ਕਾਫੀ ਪਈਆਂ ਨੇ। ਠੀਕ ਹੈ, ਬਸ ਤਿਆਰੀ ਕਰੋ ਤੁਸੀਂ, ਪੋਸਟਾਂ ਤਾਂ ਵਾਧੂ ਆ ਰਹੀਆਂ ਨੇ। तो किन्ने जज इत्थे जिहड़े हैगे नियुक्त किए जाएंगे, 11 जजां की नियुक्ति की जाऊगी। 1 MLA 1 पेंशन, 1 MLA 1 पेंशन जिहड़ी योजना हैगी है वो पंजाब, साडा पंजाब इत्थे लॉन्च की गई है जी। ठीक है, की कह गया इहदे विच भी जो भी MLA बन रहे हैं वो 1 साल लई 1 वारी बन, 2 वारी बन, चाहे किन्नी वारी भी अपने कोल MLA बने, तो उन्हां दी पेंशन सिर्फ 1 वारी लगेगी। ठीक है, 1 पेंशन की इहदे विच गल की गई है। तो कित्थे लॉन्च की गई है, पंजाब दे विच लॉन्च की गई है। ठीक है जी, हाई कोर्ट की गल करिए। हाई कोर्ट इंडिया दे विच टोटल कितनियां हाई कोर्ट्स ने, 25 हाई कोर्ट्स ने इंडिया दे विच। ठीक है, 214 नंबर जिहड़ा आर्टिकल हाई कोर्ट नाल संबंधित है। आर्टिकल पुछ रहे हैं 214 आर्टिकल है, पार्ट 6 के विच जिहड़ा संविधान दे विच स्थित है आर्टिकल 214। याद रखना है, हाई कोर्ट नाल संबंधित आर्टिकल 214। ठीक है,
ਓਲਡੈਸਟ ਹਾਈ ਕੋਰਟ ਪੁੱਛ ਲਈ ਜਾਵੇ, ਸਭ ਤੋਂ ਪੁਰਾਣੀ ਕਿਹੜੀ ਹੈ, ਤਾਂ ਉਹ ਹੈਗੀ ਹੈ ਜੀ ਕਲਕੱਤਾ ਹਾਈ ਕੋਰਟ ਜਿਹੜੀ ਹੈਗੀ ਹੈ, ਸਭ ਤੋਂ ਪੁਰਾਣੀ ਹਾਈ ਕੋਰਟ ਆਪਣੇ ਕੋਲ ਹੈਗੀ ਹੈ। ਓਲਡੈਸਟ ਹਾਈ ਕੋਰਟ ਦੇ ਵਿੱਚ ਨਾਮ ਆਉਂਦਾ ਕਲਕੱਤਾ ਹਾਈ ਕੋਰਟ ਦਾ। ਠੀਕ ਹੈ ਜੀ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਕੈਪੀਟਲ ਚੰਡੀਗੜ੍ਹ ਹੈ ਜੀ। ਸੀਐਮ ਭਗਵੰਤ ਮਾਨ, ਚਲੋ ਕੋਈ ਗੱਲ ਨਹੀਂ, ਵਿਆਹ ਤੇ ਨਹੀਂ ਸੱਦਿਆ ਤਾਂ ਠੀਕ ਹੈ। ਗਵਰਨਰ ਬਨਵਾਰੀ ਲਾਲ ਪੁਰੋਹਿਤ ਹੈ। ਬਾਰਡਰਸ ਕਿਹਦੇ ਨਾਲ ਲੱਗਦੇ ਨੇ, ਇੰਪੋਰਟੈਂਟ ਹੈ ਜੀ। ਚੰਡੀਗੜ੍ਹ ਨਾਲ ਲੱਗਦੇ ਨੇ, ਹਰਿਆਣੇ ਨਾਲ, ਹਿਮਾਚਲ ਪ੍ਰਦੇਸ਼ ਦੇ ਨਾਲ, ਜੰਮੂ ਐਂਡ ਕਸ਼ਮੀਰ ਐਂਡ ਰਾਜਸਥਾਨ ਦੇ ਨਾਲ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਬਾਰਡਰ ਲੱਗਦੇ ਨੇ। ਠੀਕ ਹੈ ਜੀ। ਸੋ ਦੈਟਸ ਆਲ ਫॉर द ਡੇ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਇਹ ਸੈਸ਼ਨ ਬਹੁਤ ਵਧੀਆ ਲੱਗਿਆ ਹੋਵੇਗਾ। ਠੀਕ ਹੈ। ਇਸ ਨੂੰ ਤੁਸੀਂ ਲਾਈਕ ਕਰਨਾ ਅਤੇ ਦੂਸਰੇ ਆਪਦੇ ਸਾਥੀਆਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ। ਆਸ਼ਾ ਕਰਦਾ ਚੰਗਾ ਲੱਗਿਆ ਹੋਵੇਗਾ। ਠੀਕ ਹੈ। ਇੰਨਾ ਕਹਿੰਦੇ ਹੋਏ ਮੈਂ ਤਾਂ ਸਮਾਪਤ ਕਰਦਾ।